ਗੈਟ ਪੰਜਾਬੀ ਦੇ ਦਾਨਿਸ਼ਵਰ ਦਰਸ਼ਕ ਤੇ ਸੁਚੇਤ ਸਰੋਤੇ, ਆਪ ਸਭ ਦਾ ਨਿਰਭਉ ਨਿਰਵੈਰ ਐਪੀਸੋਡ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਇੱਕ ਖਾਸ ਸ਼ਖਸੀਅਤ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ, ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਈ ਸਾਹਿਬ ਦੇ ਅਹੁਦੇ ਨਾਲ ਨਿਵਾਜਿਆ ਗਿਆ। ਉਹਨਾਂ ਨੂੰ ਬਖਸ਼ਿਸ਼ ਕੀਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਤੋਂ, ਔਰ ਇਹ ਉਸ ਮਹਾਨ ਪਰੰਪਰਾ ਦੀ, ਉਸ ਕਥਾ ਦੀ, ਜਿਹੜੀ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਜਗ੍ਹਾ ਜਗ੍ਹਾ ਜਾ ਕੇ ਗੁਰਮਤਿ ਅਨੁਸਾਰ ਔਰ ਸਿੱਖ ਰਹਿਤ ਮਰਿਆਦਾ ਅਨੁਸਾਰ ਉਹਨਾਂ ਨੇ ਗੁਰਬਾਣੀ ਦੀ ਕਥਾ ਉਹ ਕਰਕੇ ਸੰਗਤਾਂ ਨੂੰ ਜੋੜਿਆ। ਇਹ ਉਹਨਾਂ ਦੀ ਇੱਕ ਰੈਕਗਨੀਸ਼ਨ ਸੀ, ਪਰ ਨਾਲ ਹੀ ਉਸ ਕਥਾ ਦਾ ਸਤਿਕਾਰ ਸੀ ਜਿਹੜਾ ਭਾਈ ਸਾਹਿਬ ਨੇ ਉਹ ਆਪਣੇ ਜ਼ਿੰਮੇ ਲਿਆ। ਵੈਸੇ ਤਾਂ ਪੰਥ ਦੇ ਵਿੱਚ ਬਹੁਤ ਕਥਾਕਾਰਕ ਹੋ ਚੁੱਕੇ ਹਨ ਜਿਨ੍ਹਾਂ ਨੂੰ ਹਾਲੇ ਤੱਕ ਯਾਦ ਕੀਤਾ ਜਾਂਦਾ ਹੈ, ਜਿਹੜੀ ਸਾਡੀ ਯਾਦਾਸ਼ਤ ਵਿੱਚ ਹਨ, ਜਿਵੇਂ ਗਿਆਨੀ ਮਾਨ ਸਿੰਘ ਚੌਰ। ਬੜੇ ਸਿੱਧੇ ਸਾਦੇ ਅੰਦਾਜ਼ ਦੇ ਵਿੱਚ ਉਹਨਾਂ ਨੇ ਗੁਰਮਤਿ ਔਰ ਗੁਰਬਾਣੀ ਨੂੰ ਥਾਂ ਥਾਂ ਦੇ ਉੱਤੇ ਫੈਲਾਇਆ। ਜਗ੍ਹਾ ਜਗ੍ਹਾ ਜਾ ਕੇ ਉਹਨਾਂ ਨੇ ਆਪਣੇ ਹੀ ਵੱਖਰੇ ਅੰਦਾਜ਼ ਦੇ ਵਿੱਚ, ਪਰ ਗੁਰਬਾਣੀ ਔਰ ਗੁਰਮਤਿ ਦੇ ਦਾਇਰੇ ਤੋਂ ਬਾਹਰ ਨਹੀਂ ਜਾਂਦੇ ਸਨ, ਔਰ ਕਹਿੰਦੇ ਸਨ ਕਿ ਗੁਰਮਤੀਏ ਦਾ ਇਹ ਫਰਜ਼ ਹੈ ਕਿ ਉਹ ਗੁਰਮਤਿ ਦੇ ਦਾਇਰੇ ਮਦਾਰ ਦੇ ਅੰਦਰ ਹੀ ਰਵੇ। ਗਿਆਨੀ ਸੰਤ ਸਿੰਘ ਪਾਰਸ ਦੂਸਰੇ ਕਥਾਕਾਰਕ ਸਨ, ਔਰ ਉਸ ਤੋਂ ਬਾਅਦ ਜਿਨ੍ਹਾਂ ਨੇ ਕਥਾ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ, ਉਹ ਸਨ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਨੇ 1984 ਤੋਂ ਬਾਅਦ ਸਾਰੇ ਸੰਸਾਰ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ, ਅਧਿਆਤਮਵਾਦ ਵੱਲ, ਰਹੱਸਵਾਦ ਦੀਆਂ ਉਹਨਾਂ ਗੁੰਝਲਾਂ ਨੂੰ ਬੜੇ ਸੁਖੈਨ ਔਰ ਸਹਿਜੇ ਸਹਿਜੇ ਉਹਨਾਂ ਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਭਾਈ ਸਾਹਿਬ ਨੇ ਜਦੋਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੰਜੀ ਸਾਹਿਬ ਦੇ ਉਸ ਦੀਵਾਨ ਸਥਾਨ ਵਿੱਚ ਉਹ ਲਗਾਤਾਰ ਕਥਾ ਕਰਦੇ ਰਹੇ, ਔਰ ਉਹ ਜਿਹੜੀ ਕਥਾ ਸੀ ਉਹ ਸਾਰੇ ਸੰਸਾਰ ਨੇ ਉਹ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਗੁਰਮਤਿ ਦੇ ਨਾਲ ਜੋੜਿਆ। ਉਹਨਾਂ ਦੇ ਜਾਣ ਤੋਂ ਬਾਅਦ ਭਾਈ ਪਿੰਦਰਪਾਲ ਸਿੰਘ ਜੀ ਨੇ ਉਹ ਖਲਾ ਪੂਰਾ ਕੀਤਾ, ਔਰ ਕਾਫੀ ਹੱਦ ਤੱਕ ਪੂਰਾ ਕੀਤਾ, ਔਰ ਉਹਨਾਂ ਦਾ ਸਨਮਾਨ ਵੀ ਹੋਇਆ, ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ। ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਅਸੀਂ ਭਾਈ ਸਾਹਿਬ ਨੂੰ ਅਗਰ ਲਾਈਨ ਦੇ ਉੱਤੇ ਲੈ ਸਕੀਏ, ਔਰ ਉਹਨਾਂ ਦੇ ਨਾਲ ਗੁਰਮਤਿ ਦੀ ਕਥਾ ਦੀ, ਔਰ ਕਥਾ ਕਿਸ ਨੂੰ ਕਹਿੰਦੇ ਹਨ, ਕਥਾ ਦੀ ਲੋੜ ਕਿਉਂ ਹੈ, ਕਥਾ ਕਿਸ ਚੀਜ਼ ਦੀ ਹੋ ਸਕਦੀ ਹੈ, ਇਹ ਛੋਟੇ ਛੋਟੇ ਨੁਕਤੇ ਜਿਹੜੇ ਹਨ ਅਸੀਂ ਆਪ ਦੀ ਜਾਣਕਾਰੀ ਲਈ ਲਵਾਂਗੇ, ਔਰ ਆਪ ਤੋਂ ਅਸੀਂ ਆਸ ਰੱਖਦੇ ਹਾਂ ਕਿ ਸਾਨੂੰ ਤੁਸੀਂ ਕਾਲ ਕਰਕੇ ਗੁਰਬਾਣੀ ਦੀ ਕਥਾ ਔਰ ਇਸ ਦਾ ਕਿਤਨਾ ਕੁ ਲਾਭ ਹੈ ਸਾਨੂੰ ਸਮਝਣ ਵਿੱਚ, ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ, ਕਿਸੇ ਵੀ ਗੁਰਦੁਆਰੇ ਦੇ ਵਿੱਚ ਜਿਹੜਾ ਉੱਥੇ ਦਾ ਪ੍ਰੋਗਰਾਮ ਹੈ, ਉਸ ਦੇ ਵਿੱਚ ਕੀਰਤਨ ਹੈ, ਕਥਾ ਹੈ ਔਰ ਵਿਖਿਆਨ ਹੈ। ਇਹ ਤਿੰਨ ਵੱਖ-ਵੱਖ ਚੀਜ਼ਾਂ ਹਨ। ਕੀਰਤਨ ਨਿਰੋਲ ਰਾਗਾਂ ਦੇ ਵਿੱਚ ਨਿਰੋਲ ਗੁਰਬਾਣੀ ਦੇ ਗਾਇਨ ਨੂੰ ਕੀਰਤਨ ਕਿਹਾ ਜਾਂਦਾ ਹੈ। ਕੀਰਤਨ ਕਰਨਾ ਇਹ ਬਹੁਤ ਵੱਡੀ ਗੱਲ ਹੈ, ਜਿਹੜੀ ਗੁਰੂ ਸਾਹਿਬ ਨੇ ਮਹਾਨ ਬਖਸ਼ਿਸ਼ ਕੀਤੀ। ਰੱਬ ਨਾਲ ਜੋੜਨ ਦਾ ਇਹ ਸੁਖੈਨ ਔਰ ਸ਼ਾਇਦ ਇੱਕੋ ਇੱਕ ਰਸਤਾ ਹੈ, ਕਿਉਂਕਿ ਕੀਰਤਨ ਦੇ ਰਾਹੀਂ ਉਹ ਸੁਰਤੀ ਔਰ ਬਿਰਤੀ ਅਕਾਲ ਪੁਰਖ ਦੇ ਉਸ ਮੰਡਲ ਦੇ ਵਿੱਚ ਜਾ ਪਹੁੰਚਦੀ ਹੈ। ਪਰ ਕੀਰਤਨ ਦੇ ਵਿੱਚ
ਕਿਉਂਕਿ ਜਿਵੇਂ ਗੁਰਬਾਣੀ ਦੇ ਵਿੱਚ ਜਿਵੇਂ ਰਹਿਤ ਮਰਿਆਦਾ ਵਿੱਚ ਲਿਖਿਆ ਗਿਆ ਹੈ, ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਨੂੰ ਕਿਹਾ ਜਾਂਦਾ ਹੈ, ਪਰ ਇਸ ਦੇ ਬਾਅਦ ਉਸ ਕੀਰਤਨ ਦੀ ਅਰਥ ਕੀ ਹੈ, ਉਸ ਦਾ ਪਰਥਾਏ ਕੀ ਹੈ, ਉਸ ਨੂੰ ਸਮਝਣ ਲਈ ਕਥਾ ਦੀ ਜ਼ਰੂਰਤ ਪੈਂਦੀ ਹੈ। ਇਹ ਜਿਹੜੀ ਕਥਾ ਹੈ ਵੱਖ-ਵੱਖ ਸਮੇਂ ਦੇ ਵਿੱਚ ਕੀਤੀ ਗਈ ਔਰ ਸਿੱਖ ਇਤਿਹਾਸ ਦੇ ਵਿੱਚ ਵੀ ਮਹਾਨ ਕਥਾਕਾਰ ਉਹਨਾਂ ਦਾ ਜ਼ਿਕਰ ਆਇਆ। ਜਨਮ ਸਾਖੀਆਂ, ਗੁਰਬਿਲਾਸ, ਇਹ ਵੀ ਕਿਸਮ ਦੀ ਉਸ ਦੀ ਕਥਾ ਹੀ ਸੀ। ਔਰ ਤੀਸਰੀ ਚੀਜ਼ ਹੈ ਕੀਰਤਨ, ਕਥਾ, ਔਰ ਇੱਕ ਚੀਜ਼ ਹੋਰ ਹੈ ਵਖਿਆਨ। ਵਖਿਆਨ ਜਾਂ ਲੈਕਚਰ, ਜਿਸ ਦੇ ਰਾਹੀਂ ਉਸ ਦੀਆਂ ਹੋਰ ਭੇਤ ਔਰ ਹੋਰ ਕੁੰਡੀਆਂ ਨੂੰ ਖੋਲ੍ਹਿਆ ਜਾ ਸਕਦਾ ਹੈ, ਕਿਉਂਕਿ ਕਥਾ ਦੇ ਵਿੱਚ ਆਮ ਤੌਰ ਦੇ ਉੱਤੇ ਗੁਰਬਾਣੀ ਦੇ ਅਰਥ, ਗੁਰਬਾਣੀ ਬੋਧ, ਉਹਦੀ ਉਥਾਨਕਾ ਯਾਨੀ ਕਿ ਕਿਹੜੇ ਰੈਫਰੈਂਸ ਵਿੱਚ ਉਹ ਇਸਤੇਮਾਲ ਹੋਇਆ ਹੈ ਉਹ ਵਰਤਿਆ ਜਾਂਦਾ ਹੈ, ਪਰ ਲੈਕਚਰ ਦੇ ਵਿੱਚ, ਵਖਿਆਨ ਦੇ ਵਿੱਚ ਉਸ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਤਾਂ ਕਿ ਹੋਰ ਸਾਰੇ ਮਤ ਮਤਾਂਤਰਾਂ ਦੇ ਹਵਾਲੇ ਔਰ ਕਈ ਹਵਾਲੇ ਦੇ ਕੇ ਉਸ ਚੀਜ਼ ਨੂੰ ਸਮਝਣ ਲਈ ਸੁਖੈਨ ਬਣਾਇਆ ਜਾ ਸਕੇ। ਇਹ ਤਿੰਨ ਜਿਹੜੇ ਪਹਿਲੂ ਹਨ। ਕਥਾ ਦੇ ਵਿੱਚ ਵੀ ਜਿਹੜਾ ਜ਼ਿਕਰ ਆਉਂਦਾ ਹੈ, ਦਰਅਸਲ 4 ਕਿਸਮ ਦੀ ਕਥਾ ਦਾ ਜ਼ਿਕਰ ਵਰਣਨ ਮਿਲਦਾ ਹੈ। 4 ਕਿਸਮ ਦੇ ਤਰੀਕੇ ਹਨ ਕਥਾ ਦੇ। ਪਹਿਲੀ ਵਿਧੀ ਹੈ ਉਸ ਨੂੰ ਕਿਹਾ ਜਾਂਦਾ ਹੈ ਨਾਰਦ ਵਿਧੀ, ਯਾਨੀ ਕਿ ਕਿਸੇ ਸੰਗੀਤ ਦੇ ਉਸ ਇਨਸਟਰੂਮੈਂਟ ਨੂੰ ਲੈ ਕੇ ਉਹ ਗਾਇਨ ਕਰਨਾ ਔਰ ਕਥਾ ਦੇ ਵਿੱਚ ਸੁਣਾਉਣਾ। ਇਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਅਗਰ ਇਸ ਪਰੰਪਰਾ ਦੇ ਵਿੱਚ ਹੋਏ ਹਨ ਕਥਾਕਾਰ ਤਾਂ ਉਹ ਭਾਈ ਮਰਦਾਨਾ ਜੀ ਨੂੰ ਕਿਹਾ ਜਾ ਸਕਦਾ ਹੈ। ਦੂਸਰੇ ਹਨ, ਦੂਸਰੀ ਵਿਆਖਿਆ, ਦੂਸਰੀ ਸ਼ੈਲੀ, ਦੂਸਰੀ ਜਿਹੜੀ ਪ੍ਰਣਾਲੀ ਹੈ ਉਸ ਨੂੰ ਕਿਹਾ ਜਾਂਦਾ ਹੈ ਉਹ ਵਿਆਸ ਪ੍ਰਣਾਲੀ ਹੈ, ਤਾਂ ਕਿ ਉਸ ਦੀ ਅਧਿਆਤਮਕ ਔਰ ਹਰ ਪੱਖੋਂ ਉਸ ਦੇ ਰਹੱਸਵਾਦ ਨੂੰ, ਮਿਸਟਿਸਿਜ਼ਮ ਨੂੰ ਸੁਖੈਨ ਲਫ਼ਜ਼ਾਂ ਦੇ ਵਿੱਚ ਸਮਝਾਉਣਾ, ਇਹ ਵਿਆਸ ਸ਼ੈਲੀ ਹੈ, ਜਿਸ ਦਾ ਸਿੱਖ ਪਰੰਪਰਾ ਦੇ ਵਿੱਚ ਅਗਰ ਜ਼ਿਕਰ ਕੀਤਾ ਜਾਏ ਤਾਂ ਇਸ ਸ਼ੈਲੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਕਥਾ ਕੀਤੀ ਹੈ। ਉਹਨਾਂ ਦੀਆਂ ਵਾਰਾਂ, ਭਾਈ ਸਾਹਿਬ ਦੇ ਕਬਿਤ, ਉਹ ਹਵਾਲੇ ਦੇ ਕੇ ਪੁਰਾਣਕ, ਇਤਿਹਾਸਕ ਔਰ ਗੁਰਬਾਣੀ ਦੇ, ਪਰ ਪੈਰਾਮੀਟਰ ਉਸ ਦੀ ਜਿਹੜੇ ਦੋਨੋਂ ਪੈਰਾਮੀਟਰਸ ਹਨ, ਜਿਹੜੀ ਮਰਿਆਦਾ ਦੀਆਂ 2 ਥੰਮੀਆਂ ਹਨ, ਉਹ ਹੈ ਗੁਰਮਤ, ਉਸ ਤੋਂ ਬਾਹਰ ਨਹੀਂ ਜਾਂਦੇ ਸਨ। ਹਵਾਲੇ ਸਾਰੀ ਦੁਨੀਆ ਦੇ ਇਤਿਹਾਸ 'ਚੋਂ, ਹੋਰ ਗ੍ਰੰਥਾਂ 'ਚੋਂ ਲੈਂਦੇ ਸਨ, ਪਰ ਭਾਈ ਸਾਹਿਬ ਅਖੀਰ ਦੇ ਵਿੱਚ ਮਕਸਦ ਉਸ ਦਾ ਗੁਰਮਤ ਦ੍ਰਿੜ ਕਰਾਉਣਾ ਹੁੰਦਾ ਸੀ। ਪਹਿਲੀ ਸ਼ੈਲੀ ਜਿਵੇਂ ਦੱਸੀ ਹੈ ਉਹ ਹੈ ਨਾਰਦ ਸ਼ੈਲੀ, ਦੂਸਰੀ ਵਿਆਸ ਸ਼ੈਲੀ ਔਰ ਤੀਸਰੀ ਹੈ ਰੁਦਰ ਸ਼ੈਲੀ, ਜਿਹੜੇ ਟੱਡ ਦੇ ਨਾਲ ਸਰੰਗੀ ਲੈ ਕੇ, ਟੱਡ ਸਰੰਗੀ ਦੇ ਨਾਲ, ਜਿਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਵਰਣਨ ਆਉਂਦਾ ਹੈ ਨੱਥਾ ਤੇ ਅਬਦੁੱਲਾ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨੱਥਾ ਤੇ ਅਬਦੁੱਲਾ, ਉਹ ਢਾਡੀ, ਉਸ ਸ਼ੈਲੀ ਦੇ ਉਹ ਕਥਾਕਾਰ ਕਹੇ ਜਾ ਸਕਦੇ ਹਨ, ਉਹਨਾਂ ਨੂੰ ਮੰਨਿਆ ਜਾ ਸਕਦਾ ਹੈ। ਇਹ ਹੈ ਰੁਦਰ ਸ਼ੈਲੀ। ਇਹ 3 ਸ਼ੈਲੀਆਂ ਪ੍ਰਵਾਨ ਸ਼ੈਲੀਆਂ ਹਨ, ਜਿਨ੍ਹਾਂ ਦੇ ਵਿੱਚ ਯਾਨੀ ਕਿ ਕਿਸੇ ਇਨਸਟਰੂਮੈਂਟ ਦੇ ਨਾਲ ਕਥਾ ਕਰਨੀ, ਦੂਸਰੀ ਹੈ ਜਿਸ ਨੂੰ ਵਿਆਖਿਆ ਦੇ ਨਾਲ ਭਾਈ ਗੁਰਦਾਸ ਜੀ ਦੀ ਪਰੰਪਰਾ ਦੇ ਮੁਤਾਬਕ, ਔਰ ਤੀਸਰੀ ਜਿਹੜੀ ਸ਼ੈਲੀ ਸੀ ਉਹ ਰੁਦਰ ਸ਼ੈਲੀ, ਟੱਡ ਸਾਰੰਗੀ ਦੀ, ਜਿਹੜੇ ਟਾਡੀ ਵਾਰਾਂ ਗਾਇਨ ਕਰਦੇ ਹਨ। ਮਕਸਦ ਤਿੰਨਾਂ ਦਾ ਇੱਕੋ ਹੀ ਹੈ ਕਿ ਗੁਰਮਤ ਨੂੰ ਦ੍ਰਿੜ ਕਰਾਉਣਾ। ਇਸ ਦੇ ਬਾਅਦ ਇੱਕ ਹੋਰ ਸ਼ੈਲੀ ਹੈ ਜਿਹੜੀ ਕਿ ਆਮ ਵੇਖਣ ਵਿੱਚ ਜਦੋਂ ਵੀ ਕਿਧਰੇ ਉਹਨਾਂ ਅਸੂਲਾਂ ਤੇ, ਉਹਨਾਂ ਸਿਧਾਂਤਾਂ ਦੇ ਉੱਤੇ ਜਦੋਂ ਪਕੜ ਕਮਜ਼ੋਰ ਹੋਏਗੀ ਤਾਂ ਫਿਰ ਉਸ ਦੇ ਵਿੱਚ ਸੁਖੈਨ ਰਸਤਾ ਲੱਭਣ ਲਈ ਫਿਰ ਕਈ ਕੁਝ ਐਸਾ ਢਿੱਲਾਪਨ ਆ ਜਾਏਗਾ, ਔਰ ਉਹ ਚੌਥੀ ਸ਼ੈਲੀ ਮੰਨੀ ਗਈ ਹੈ, ਉਹ ਸ਼ੈਲੀ ਹੈ
ਮਰਕਟ ਸ਼ੈਲੀ। ਇੱਕ ਥਾਂ ਤੋਂ ਦੂਜੀ ਥਾਂ, ਇੱਕ ਪ੍ਰਸੰਗ ਤੋਂ ਦੂਜੀ ਥਾਂ, ਕੋਈ ਆਪਸ ਵਿੱਚ ਜੁੜੇਗਾ ਨਹੀਂ, ਉਹਨਾਂ ਪ੍ਰਸੰਗ ਦਾ ਇੱਕ ਦੂਜੇ ਨਾਲ ਕੋਈ ਸੰਬੰਧ ਨਹੀਂ। ਇਹ ਮਰਕਟ ਸ਼ੈਲੀ ਕਹੀ ਜਾਂਦੀ ਹੈ ਤਾਂ ਕਿ ਕਿਸੇ ਇੱਕ ਸਿਧਾਂਤ ਦੇ ਉੱਤੇ ਸਥਿਰ ਹੋ ਕੇ ਉਹ ਗੱਲ ਨਾ ਕਰਨੀ। ਮਰਕਟ ਕਿਹਾ ਜਾਂਦਾ ਹੈ ਬਾਂਦਰ ਨੂੰ। ਸੋ ਇਹ ਮਰਕਟ ਸ਼ੈਲੀ ਜਿਹੜੀ ਹੈ ਇਹ ਪ੍ਰਵਾਨ ਨਹੀਂ ਹੈ। ਤਿੰਨ ਸ਼ੈਲੀਆਂ ਜਿਹੜੀਆਂ ਹਨ ਪ੍ਰਵਾਨ ਹਨ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਨੇ ਬਾਖੂਬੀ ਵਿਆਸ ਸ਼ੈਲੀ ਕਹਿ ਲਈ ਜਾਏ, ਉਹਨਾਂ ਨੇ ਪੁਰਾਣਕ ਹਵਾਲੇ, ਗ੍ਰੰਥਾਂ ਦੇ ਹਵਾਲੇ, ਸਿੱਖ ਇਤਿਹਾਸ ਤੇ ਗੁਰਮਤ ਦੇ ਚਾਨਣ ਦੇ ਵਿੱਚ ਉਹਨਾਂ ਨੇ ਗੁਰਬਾਣੀ ਦੇ ਉਹਨਾਂ ਰਹੱਸ ਨੂੰ, ਉਹਨਾਂ ਅਰਥਾਂ ਨੂੰ ਸਮਝਣ ਦੀ ਔਰ ਸਮਝਾਉਣ ਦੀ ਜਿਹੜੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਔਰ ਇਸ ਦੇ ਲਈ ਉਹਨਾਂ ਨੇ ਘਾਲਣਾ ਘਾਲੀ ਹੈ। ਪੰਥ ਨੇ ਉਹਨਾਂ ਦਾ ਸਤਿਕਾਰ ਕੀਤਾ, ਉਹਨਾਂ ਦਾ ਹੀ ਸਨਮਾਨ ਨਹੀਂ। ਦਰਅਸਲ ਇਹ ਤਾਂ ਉਸ ਕਥਾ ਦਾ ਜਾਂ ਉਸ ਸ਼ੈਲੀ ਦਾ, ਉਸ ਪਰੰਪਰਾ ਦਾ ਇਹ ਸਨਮਾਨ ਹੈ। ਹੁਣ ਜਿਹੜੇ ਅਗਲੇ ਪ੍ਰਸ਼ਨ ਹਨ, ਜਿਹੜੀਆਂ ਸਮਝਣ ਵਾਲੀਆਂ ਚੀਜ਼ਾਂ ਹਨ, ਚੌਕੇ ਮਰਿਆਦਾ ਕਿਹਾ ਜਾਂਦਾ ਹੈ। ਮਰਿਆਦਾ ਲਫ਼ਜ਼ ਮਰਿਆ ਤੋਂ ਬਣਿਆ ਹੈ। ਮਰਿਆ ਸੰਸਕ੍ਰਿਤ ਦਾ ਲਫ਼ਜ਼ ਹੈ। ਮਰਿਆ ਤੋਂ ਮਰਿਆਦਾ ਲਫ਼ਜ਼ ਦਾ ਸਰੋਤ ਹੈ। ਮਰਿਆ ਨਦੀ ਦੇ ਦੋ ਕਿਨਾਰਿਆਂ ਨੂੰ ਕਿਹਾ ਜਾਂਦਾ ਹੈ। ਜਦੋਂ ਪਾਣੀ ਆਪਣੇ ਕਿਨਾਰਿਆਂ ਦੇ ਵਿੱਚ ਵਗਦਾ ਹੈ, ਆਪਣੇ ਕੰਢਿਆਂ ਦੇ ਵਿੱਚ, ਆਪਣੇ ਦੋ ਇੰਬੈਂਕਮੈਂਟਸ ਦੇ ਵਿੱਚ ਜਦੋਂ ਫਲੋ ਕਰਦਾ ਹੈ, ਜਦੋਂ ਵਗਦਾ ਹੈ, ਤਾਂ ਉਹ ਕਿਹਾ ਜਾਂਦਾ ਹੈ ਇਹ ਪਾਣੀ ਮਰਿਆਦਾ ਦੇ ਵਿੱਚ ਹੈ। ਇਸ ਨੂੰ ਮਰਿਆਦਾ ਕਿਹਾ ਜਾਂਦਾ ਹੈ, ਨਦੀ ਕਿਹਾ ਜਾਂਦਾ ਹੈ ਔਰ ਇਹ ਲਾਹੇਵੰਦ ਹੁੰਦੀ ਹੈ। ਪਰ ਜੇਕਰ ਨਦੀ ਦਾ ਉਹ ਪਾਣੀ ਆਪਣੇ ਵਹਾਅ ਨੂੰ, ਅਗਰ ਉਹ ਮਰਿਆ ਨੂੰ ਤੋੜ ਕੇ, ਆਪਣੇ ਕਿਨਾਰੇ ਤੋੜ ਕੇ ਬਾਹਰ ਚਲਾ ਜਾਏ ਤਾਂ ਉਹ ਮਰਿਆਦਾ ਵਿੱਚ ਨਹੀਂ ਰਿਹਾ। ਦਰਅਸਲ ਮਰਿਆਦਾ ਲਫ਼ਜ਼ ਗੁਰਮਤ ਦੇ ਵਿੱਚ ਅੰਕਿਤ ਕਰਨ ਦਾ ਮਕਸਦ ਵੀ ਇਹੀ ਹੈ ਕਿ ਇਹ ਜੋ ਜ਼ਿੰਦਗੀ ਦਾ ਵਹਾਅ ਹੈ, ਇਹ ਜ਼ਿੰਦਗੀ ਦਾ ਫਲੋ ਹੈ, ਇਸ ਨੂੰ ਨਦੀ ਦੇ ਪਾਣੀ ਦੀ ਤਰ੍ਹਾਂ ਚਲਾਣਾ ਹੈ, ਪਰ ਮਰਿਆਦਾ ਦੇ ਅੰਦਰ, ਮਰਿਆ ਦੇ ਅੰਦਰ ਔਰ ਉਹਨਾਂ ਕਿਨਾਰਿਆਂ ਦੇ ਅੰਦਰ। ਨਹੀਂ ਤਾਂ ਇਹ, ਜੇ ਤਾਂ ਪਹਿਲੇ ਮਰਿਆਦਾ ਦੇ ਅੰਦਰ ਹੈ ਤਾਂ ਫਿਰ ਇਹ ਨਦੀ ਹੈ, ਇਹ ਲਾਹੇਵੰਦ ਹੈ, ਨਹੀਂ ਤਾਂ ਹੜ੍ਹ ਹੈ ਔਰ ਬਰਬਾਦੀ ਹੈ। ਹਜ਼ੂਰ ਨੇ ਫਰਮਾਇਆ ਹੈ, ਨਾ ਮਰਜਾਦ ਆਇਆ ਜਗ ਭੀਤਰ, ਊਟ ਸਿਧਾਸੀ ਨਾਗਾ। ਇਹ ਮੁੱਢਲਾ ਸਿਧਾਂਤ ਹੈ। ਸਾਡੀ ਕੋਸ਼ਿਸ਼ ਹੋਏਗੀ ਅਸੀਂ ਇੱਕ ਛੋਟਾ ਜਿਹਾ ਵਕਫਾ ਲਵਾਂਗੇ ਔਰ ਭਾਈ ਸਾਹਿਬ ਨੂੰ ਲਾਈਨ ਦੇ ਉੱਤੇ ਲੈ ਕੇ ਉਹਨਾਂ ਨੂੰ ਇੱਥੋਂ ਦੇ ਚੈਨਲ ਔਰ ਇੱਥੋਂ ਦੇ ਸੰਗਤਾਂ ਦੇ ਵੱਲੋਂ ਵੀ ਅਸੀਂ ਉਹਨਾਂ ਨੂੰ ਜੀ ਆਇਆਂ ਔਰ ਉਹਨਾਂ ਨੂੰ ਵਧਾਈ ਦੇ ਵੀ ਪਾਤਰ ਹਨ। ਤੇ ਆਪ ਨਾਲ ਉਹ ਰੂਬਰੂ ਹੋਣਗੇ ਔਰ ਆਪ ਦੀ ਤਰਫੋਂ ਉਹਨਾਂ ਨੂੰ ਕੁਝ ਛੋਟੇ ਛੋਟੇ ਸਵਾਲ ਜਿਨ੍ਹਾਂ ਦਾ ਉਹ ਸਾਨੂੰ ਜਵਾਬ ਦੇ ਸਕਣ। ਤੇ ਪਤਾ ਲੱਗਾ ਉਹਨਾਂ ਦਾ ਸੁਨੇਹਾ ਆਇਆ ਸੀ, ਉਹਨਾਂ ਦੀ ਤਬੀਅਤ ਕਾਫੀ ਖਰਾਬ ਸੀ, ਬੁਖਾਰ ਚੜ੍ਹਿਆ, ਸ਼ਾਇਦ ਕਾਫੀ ਠੰਡ ਕਰਕੇ ਔਰ ਰੁਝੇਵਿਆਂ ਕਰਕੇ ਕਾਫੀ ਰੁੱਝੇ ਰਹੇ ਹਨ, ਪਰ ਫਿਰ ਵੀ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੈ। ਅਸੀਂ ਧੰਨਵਾਦੀ ਹਾਂ ਤੇ ਇੱਕ ਵਕਫਾ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਸਾਡੇ ਲਈ ਪ੍ਰਸੰਨਤਾ ਦੀ ਗੱਲ ਹੈ ਕਿ ਪੰਥ ਦੀ ਮਾਇਆਨਾਜ਼ ਹਸਤੀ, ਜਿਨ੍ਹਾਂ ਨੇ ਕਥਾ ਦੇ ਰਾਹੀਂ ਗੁਰਮਤ ਦੀ ਖੁਸ਼ਬੂ ਨੂੰ ਸਾਰੇ ਸੰਸਾਰ ਵਿੱਚ ਖਲੇਰਿਆ ਔਰ ਗੁਰਮਤੀਏ ਸਿਧਾਂਤ ਨੂੰ ਲੈ ਕੇ ਤੁਰੇ ਔਰ ਸੁਖੈਨ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਗੁਰਮਤ ਦੇ ਨਾਲ ਹੀ ਨਹੀਂ ਜੋੜਿਆ, ਬਲਕਿ ਧਰਮ ਦੇ ਨਾਲ ਜੋੜਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਔਰ ਖੁਸ਼ੀ ਦੀ ਗੱਲ ਹੈ, ਪੰਥ ਨੇ ਉਹਨਾਂ ਦਾ ਸਤਿਕਾਰ ਵੀ ਕੀਤਾ, ਉਹਨਾਂ ਨੂੰ ਮਾਣ ਵੀ ਦਿੱਤਾ ਔਰ ਭਾਈ ਸਾਹਿਬ ਦੀ ਉਪਾਧੀ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੇ
ਉਹਨਾਂ ਨੂੰ ਸਨਮਾਨਿਆ। ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਭਾਵੇ। ਇਸ ਗੁਰਮਤ ਦੇ ਇਸ ਆਸ਼ੇ ਦੇ ਮੁਤਾਬਕ ਅੱਜ ਸਾਨੂੰ ਬਹੁਤ ਖੁਸ਼ੀ ਹੈ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਗੈਟ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹਨ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਵੱਲੋਂ ਔਰ ਇੱਥੇ ਜੋ ਵੀ ਸਿੱਖ ਵਸ ਰਹੇ ਹਨ ਉੱਤਰੀ ਅਮਰੀਕਾ ਦੇ, ਅਮਰੀਕਾ, ਕੈਨੇਡਾ ਦੇ ਵਿੱਚ, ਉਹਨਾਂ ਸਭ ਵੱਲੋਂ ਆਪ ਨੂੰ ਜੀ ਆਇਆਂ ਨੂੰ, ਔਰ ਆਪ ਦੀ ਖੁਸ਼ੀ ਔਰ ਆਪ ਦੇ ਇਸ ਸਨਮਾਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਸ਼ਾਮਲ ਸਮਝਦੇ ਹੋਏ ਆਪ ਨੂੰ ਫਤਿਹ ਸਾਂਝੀ ਕਰਦੇ ਹਾਂ। ਆਪ ਨੂੰ ਜੀ ਆਇਆਂ ਨੂੰ ਜੀ। ਜੀ ਜੀ ਜੀ। ਤੇ ਭਾਈ ਸਾਹਿਬ ਜੀ, ਇਹ ਦੱਸੋ, ਸਾਡੀ ਕੋਸ਼ਿਸ਼ ਹੋਏਗੀ ਭਾਵੇਂ ਟੈਲੀਫੋਨ ਦੇ ਉੱਤੇ ਹੀ, ਪਰ ਅਸੀਂ ਆਪ ਜੀ ਤੋਂ ਕੁਝ ਲਾਹਾ ਲਈਏ ਕੁਝ ਮੁੱਢਲੇ ਸਿਧਾਂਤਾਂ ਦੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਆਪ ਇਸ ਮਾਣ ਨੂੰ ਪ੍ਰਾਪਤ ਕਰਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਕਿਵੇਂ ਲੱਗ ਰਿਹਾ ਹੈ? ਜ਼ਿੰਮੇਵਾਰੀ ਵਧੀ ਮਹਿਸੂਸ ਕਰ ਰਹੇ ਹੋ ਜਾਂ ਕੇਵਲ ਇਸ ਨੂੰ ਕਿਸ ਤਰੀਕੇ ਨਾਲ ਆਪ ਇਸ ਸਨਮਾਨ ਨੂੰ ਦੇਖ ਰਹੇ ਹੋ? ਪਹਿਲੀ ਗੱਲ ਤੇ ਜਦੋਂ ਇਹ ਸਨਮਾਨ ਸਿੱਖ ਪੰਥ ਨੇ ਬਖਸ਼ਿਸ਼ ਕੀਤਾ, ਉਸ ਵਕਤ ਮਨ ਚ ਇੱਕੋ ਖਿਆਲ ਸੀ ਵੀ ਬਖਸ਼ਿਸ਼ ਆਪਣੇ ਗੁਣਾਂ ਨਾਲ ਨਹੀਂ ਮਿਲਦੀ, ਬਖਸ਼ਿਸ਼ ਨੂਰੋਂ ਸਤਿਗੁਰੂ ਦੀ ਰਹਿਮਤ ਹੈ ਜੀ। ਉਸ ਤੋਂ ਬਾਅਦ ਜਦੋਂ ਪੰਜ ਸਿੰਘ ਸਾਹਿਬਾਨ ਜੀ ਨੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੀ ਉਹਨਾਂ ਦੇ ਇਹ ਸ਼ਬਦ ਕਹੇ, ਸਨਮਾਨਯੋਗ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੇ ਕਿ ਆਪਣਾ ਸੀਸ ਝੁਕਾ ਕੇ ਹੱਥ ਜੋੜ ਕੇ ਜੀ ਸੰਗਤ ਵਿੱਚ ਆਪ ਜੀ ਖੜੇ ਹੋ ਜਾਓ। ਜੀ ਜੀ ਬਕਾਇਦਾ ਇਸ ਦੀ ਮਰਿਆਦਾ ਜਦੋਂ ਨਿਭਾਈ, ਜੀ ਉਸ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੇਰੀ ਪੀੜੀ ਦੇ ਦਾਤੇ ਦੇ ਤਖਤ ਅੱਗੇ ਸੀਸ ਝੁਕਾਉਂਦਿਆਂ ਕਥਾ ਬਹੁਤ ਵਾਰ ਕੀਤੀ, ਮੱਥਾ ਬਹੁਤ ਵਾਰ ਟੇਕਿਆ, ਪਰ ਉਸ ਦੇ ਵਿੱਚ ਇੱਕ ਅੰਦਰੋਂ ਮਹਿਸੂਸ ਹੋਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਤਖਤ ਦਾ ਕੋਈ ਸਾਨੀ ਨਹੀਂ। ਦੂਸਰੀ, ਜੋ ਪੰਥ ਨੇ ਗੁਰੂ ਸਾਹਿਬ ਨੇ ਇਹ ਗਰੀਬਾਂਵਾਦੀ ਕੀਤੀ ਜੀ, ਕੁਦਰਤੀ ਤੌਰ ਤੇ ਜ਼ਿੰਮੇਵਾਰੀ ਤਾਂ ਵੱਧਦੀ ਹੈ, ਪਰ ਇਹਦੀ ਜ਼ਿੰਮੇਵਾਰੀ ਸਤਿਗੁਰੂ ਜੀ ਸਿਰ ਤੇ ਮੇਰ ਪਰ ਹੱਥ ਰੱਖ ਕੇ ਪ੍ਰੇਮ ਭਾਵਨਾ ਔਰ ਸ਼ਰਧਾ ਜੀ ਅਕੀਲਤ ਨਾਲ ਜੋ ਆਪਣੇ ਬਚਨਾਂ ਦੀ ਵਿਚਾਰ ਕਰਾਉਂਦੇ ਨੇ, ਉਹ ਅੰਤਲੇ ਸਮੇਂ ਤੱਕ ਸਤਿਗੁਰੂ ਤਰਸ ਕਰਨ ਜੀ 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 ਜੀ। ਇਹ ਬਹੁਤ ਮੈਂ ਖੁਦ ਆਪ ਜੀ ਜਦੋਂ ਬੋਲ ਰਹੇ ਸੀ ਤਾਂ ਮੈਂ ਅੰਦਰੋਂ ਮਹਿਸੂਸ ਕਰ ਰਿਹਾ ਸੀਗਾ ਕਿ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ, ਉਹ ਇਤਨਾ ਵੱਡਾ ਰੁਤਬਾ ਔਰ ਉਸ ਜਿਹੜਾ ਹੈ ਉਸ ਦਾ ਵਜ਼ਨ ਵੀ ਬਹੁਤ ਜ਼ਿਆਦਾ ਹੈ। ਔਰ ਸਾਡੀ ਸਾਰਿਆਂ ਦੀ ਅਰਦਾਸ ਹੈ ਕਿ ਆਪ ਦੇ ਉੱਤੇ ਗੁਰੂ ਅਕਾਲ ਪੁਰਖ ਉਹ ਰਹਿਮਤ ਵੀ ਕਰੇ ਤਾਂ ਕਿ ਇਸ ਨੂੰ ਉਸ ਆਪਣੇ ਆਸ਼ੇ ਦੇ ਮੁਤਾਬਕ ਹੀ ਇਹ ਸਾਰਾ ਭਾਰ ਜਿਹੜਾ ਨਿਭਾਉਣ ਦੀ ਤਾਕਤ ਵੀ ਦੇਵੇ। ਭਾਈ ਸਾਹਿਬ ਜੀ, ਇਹ ਦੱਸੋ ਕਿ ਜਿਵੇਂ ਸਾਡੇ ਦੇਖਣ ਵਿੱਚ ਜਾਂ ਜਿੰਨੀ ਸਾਡੀ ਯਾਦਾਸ਼ਤ ਦੇ ਵਿੱਚ ਜਿਹੜੇ ਸਾਨੂੰ ਕਥਾਕਾਰ ਨਜ਼ਰ ਆਏ, ਉਹਨਾਂ ਦੇ ਵਿੱਚ ਬਹੁਤ ਸਧਾਰਨ ਆਮ ਲਫ਼ਜ਼ਾਂ ਦੇ ਵਿੱਚ ਗਿਆਨੀ ਮਾਨ ਸਿੰਘ ਜੀ ਚੌਰ, ਜਿਨ੍ਹਾਂ ਨੇ ਬੜੀ ਸਾਦੀ ਜੀ ਬੋਲੀ ਦੇ ਵਿੱਚ, ਪੇਂਡੂ ਬੋਲੀ ਦੇ ਵਿੱਚ ਉਹਨਾਂ ਨੇ ਕੀਤਾ, ਔਰ ਉਸ ਤੋਂ ਬਾਅਦ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਨੇ ਵੀ ਮੁੱਖ ਤੌਰ ਦੇ ਉੱਤੇ ਰਹੱਸਵਾਦ ਨੂੰ ਔਰ ਅਧਿਆਤਮਵਾਦ ਨੂੰ ਲੈ ਕੇ ਗੁਰਮਤ ਦੇ ਨਾਲ ਜੋੜਿਆ। ਇਹ ਦੋ ਪ੍ਰਣਾਲੀਆਂ ਸੀ। ਆਪ ਨੇ ਵੀ ਜਿਹੜੀ ਇੱਕ ਵਿਲੱਖਣ ਪ੍ਰਣਾਲੀ ਲਈ, ਆਪ ਇਸ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਆਉਣ ਵਾਲੇ ਸਮੇਂ 'ਚ ਕਿਹੜੀ ਪ੍ਰਣਾਲੀ, ਕਿਹੜੀ ਸ਼ੈਲੀ ਦੇ ਵਿੱਚ ਆਪ ਇਸ ਨੂੰ ਅੱਗੇ ਤੋਰਨ ਦਾ ਪ੍ਰੋਗਰਾਮ ਹੈ? ਪਹਿਲੀ ਗੱਲ ਤੇ ਜਿਵੇਂ ਸਾਡੇ ਸਨਮਾਨਯੋਗ ਗਿਆਨੀ ਮਾਨ ਸਿੰਘ ਜੀ ਚੌਰ ਜੀ, ਸਨਮਾਨਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ, ਤੇ ਇਹਨਾਂ ਵਿੱਚ ਹੁੰਦੇ ਨੇ ਗਿਆਨੀ ਰਣਜੀਤ ਸਿੰਘ ਜੀ ਪਾਰਸ। ਬਿਲਕੁਲ, ਹਾਂ ਮੈਂ ਭੁੱਲ ਗਿਆ ਸੀਗਾ, ਗੁਸਤਾਖੀ ਮਾਫ ਹੈ ਜੀ। ਜੀ ਜੀ, ਉਹ ਜਿਹੜੇ ਨਨਕਾਣਾ ਸਾਹਿਬ ਹਰਗ੍ਰੰਥੀ ਸਾਹਿਬ ਜੀ ਰਹੇ ਜੀ, ਮੈਂ ਦਰਸ਼ਨ ਕੀਤੇ ਜੀ ਉਹਨਾਂ ਦੇ। ਹਾਂਜੀ ਹਾਂਜੀ,
ਹਾਂਜੀ ਜੀ ਅਸੀਂ ਛੋਟੇ ਹੁੰਦੇ ਸਾਡੇ ਪਿੰਡ ਹੁੰਦੇ ਸਨ, ਬਾਬਾ ਹਰਭਜਨ ਸਿੰਘ ਜੀ ਸਨ, ਦੇਦਰ ਤੋਂ ਬਾਬਾ ਵਿਸਾਖਾ ਸਿੰਘ ਉਹਨਾਂ ਦੇ ਜਥੇਦਾਰ। ਜੀ ਉਹਨਾਂ ਨੂੰ ਮੈਂ ਸਾਹਮਣੇ ਬੈਠ ਕੇ ਛੋਟੇ ਹੁੰਦਿਆਂ ਸੁਣਿਆ। ਜੀ ਗਿਆਨੀ ਮਾਨ ਸਿੰਘ ਚੌਰ ਹੋਰਾਂ ਨੂੰ ਸੁਣਿਆ, ਜੀ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਸੁਣਿਆ। ਜੀ ਗਿਆਨੀ ਮਾਨ ਸਿੰਘ ਜੀ ਚੌਰ ਉਹਨਾਂ ਨੇ ਜਦੋਂ ਕਥਾ ਸ਼ੁਰੂ ਕਰਦੇ ਨੇ, ਸਭ ਤੋਂ ਪਹਿਲਾਂ ਉਹ ਆਮ ਸਰੋਤੇ ਨੂੰ ਆਪਣੇ ਨਾਲ ਲੈ ਤੁਰਦੇ ਨੇ। ਉਹ ਧਾਰਨਾ ਤੋਂ ਸ਼ੁਰੂ ਕਰਦੇ ਨੇ। ਉਹਨਾਂ ਦੀ ਕਥਾ 'ਚ ਹਰ ਤਰ੍ਹਾਂ ਦੀ ਵਰਗੀ ਸਾਨੂੰ ਮਿਲਦੀ। ਉਹਦੇ ਵਿੱਚ ਕਿਤੇ ਹਾਸ ਰੰਗ ਦੀ ਝਲਕ ਪੈ ਜਾਂਦੀ ਹੈ, ਕਿਤੇ ਉਹ ਪਰਮ ਬੈਰਾਗ ਵਿੱਚ ਲੈ ਜਾਂਦੇ ਨੇ। ਪਰ ਉਹ ਸਭ ਗੱਲ ਕਰਨ ਦੇ ਬਾਵਜੂਦ ਵੀ ਗੁਰਮਤ ਦਾ ਆਸ਼ਾ ਦ੍ਰਿੜ ਕਰਾ ਦਿੰਦੇ। ਜੀ ਜੀ। ਦੂਜੀ ਗੱਲ, ਉਹਨਾਂ ਦੀ ਕਥਾ ਵਿੱਚ ਕਿਸੇ ਸਾਨੂੰ ਅਸ਼ਰਧਾ ਨਹੀਂ ਝਲਕੇਗੀ। ਬਿਲਕੁਲ ਬਿਲਕੁਲ ਬਿਲਕੁਲ। ਕਿਤੇ ਆਪਣੇ ਗੁਰੂ ਕੇ ਉੱਤੇ ਤਰਕ ਨਹੀਂ ਨਜ਼ਰ ਆਏਗਾ। ਜੀ। ਗਿਆਨੀ ਸੰਤ ਸਿੰਘ ਮਸਕੀਨ ਜੀ ਹੋਣਾ ਨੇ ਕੀਤਾ। ਉਹਨਾਂ ਨੇ ਗੁਰਮਤ ਦੀ ਗੱਲ ਕੀਤੀ, ਜਿਵੇਂ ਆਪ ਜੀ ਨੇ ਫਰਮਾਇਆ ਜੀ, ਉਹਨਾਂ ਨੇ ਰਹੱਸਵਾਦ ਅਧਿਆਤਮਿਕ ਜੀਵਨ ਜੀ ਨਾਲ ਲੈ ਕੇ ਤੁਰੇ। ਜੀ ਬਹੁਤ ਚੰਗਾ ਕੀਤਾ ਉਹਨਾਂ ਨੇ, ਕਿਉਂਕਿ ਉਹਨਾਂ ਦੀ ਦੇਣ ਸਾਡੇ ਪੰਥ ਲਈ ਬਹੁਤ ਵੱਡੀ ਦੇਣ ਹੈ। ਜੀ। ਇਨਸਾਨ ਚਲਾ ਵੀ ਜਾਏ ਪਰ ਉਹਦੇ ਕੀਤੇ ਹੋਏ ਜਿਹੜੇ ਕੰਮ ਨੇ ਜੀ ਉਹਨੂੰ ਸਾਨੂੰ ਕਦੀ ਭੁਲਾਉਣਾ ਨਹੀਂ ਚਾਹੀਦਾ। ਪਰ ਮੇਰੇ ਮਨ 'ਚ ਕੀ ਸੀ ਵੀ ਜਿਹੜੀ ਗੁਰਬਾਣੀ ਜੀ ਉਹ ਸਾਡਾ ਇਤਿਹਾਸ ਹੈ, ਮੈਨੂੰ ਸਿਧਾਂਤ ਹੈ ਜੀ, ਤੇ ਇਤਿਹਾਸ ਜੋ ਸਾਡਾ ਉਹ ਉਸ ਸਿਧਾਂਤ ਦੀ ਵਿਆਖਿਆ। ਹਾਂਜੀ। ਜੋ ਗੁਰਬਾਣੀ ਨੇ ਕਿਹਾ ਉਹ ਸਾਡੇ ਪੂਰਵਜਾਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਇਸ ਧਰਮ ਵਿੱਚ ਪੈਦਾ ਹੋਏ ਰੂਹਾਨੀਅਤ ਤੱਕ ਪਹੁੰਚੇ ਹੋਏ ਮਹਾਂਪੁਰਖਾਂ ਨੇ ਜੀ ਉਸ ਸਿਧਾਂਤ ਦੀ ਵਿਆਖਿਆ ਆਪਣੇ ਜੀਵਨ ਨੂੰ ਕਮਾ ਕੇ ਕੀਤੀ। ਬਿਲਕੁਲ ਬਿਲਕੁਲ। ਤੇ ਮੇਰੇ ਮਨ 'ਚ ਇੱਛਾ ਇਹ ਹੈ ਜੀ ਵੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਹੀ ਕੇਂਦਰ ਬਣਾਇਆ ਜਾਏ। ਜੀ ਜੀ। ਉਹਦੀ ਸ਼ਾਨ ਥੱਲੇ ਬਾਣੀ ਦੀ ਵਿਆਖਿਆ ਕੀਤੀ ਹੈ। ਤੇ ਦੂਜਾ, ਜਿਹੜੀਆਂ ਇਤਿਹਾਸਕ ਸਾਖੀਆਂ ਭਾਵੇਂ ਕਿਸੇ ਨੂੰ ਲੋਕਾਂ ਨੇ ਕਹਿ ਦਿੰਦੇ ਜੀ ਇਹ ਸਾਖੀ ਸੁਣਾ ਦਿੱਤੀ ਜੀ, ਕਿਉਂਕਿ ਮੇਰੀ ਇੱਛਾ ਵੀ ਜੋ ਸਾਡਾ ਇਤਿਹਾਸ ਹੈ ਜੀ ਉਹ ਸਾਡੇ ਬਜ਼ੁਰਗਾਂ ਦਾ ਸਾਡੀ ਕਥਾ ਵਿੱਚ ਹੋਵੇ ਜੀ, ਕਿ ਜੋ ਇਤਿਹਾਸਕ ਘਟਨਾਵਾਂ ਨੇ ਉਹ ਤੁਹਾਡੇ ਅੰਦਰ ਨੂੰ ਪਿਘਲਾ ਦਿੰਦੀਆਂ। ਬਿਲਕੁਲ ਬਿਲਕੁਲ। ਅੰਦਰ ਪਿਘਲਦਾ ਹੈ। ਆਪਾਂ ਸ਼ਬਦ ਦੀ ਵਿਚਾਰ ਕਰਨੇ, ਇੱਕੋ ਦਮ ਸਾਡਾ ਅੰਦਰ ਉਸ ਸ਼ਬਦ ਨਾਲ ਜੁੜ ਜਾਂਦਾ ਹੈ ਇਤਿਹਾਸ ਦੇ ਨਾਲ। ਜੀ ਜੀ। ਤੇ ਮੇਰੇ ਆਉਣ ਵਾਲੇ ਸਮੇਂ 'ਚ ਇੱਛਾ ਹੀ ਹੈ ਵੀ ਜਿੰਨੇ ਆਪਣੇ ਇਤਿਹਾਸ ਵਿੱਚ ਤੇ ਰੂਹਾਨੀਅਤ ਵਾਲਾ ਪੱਖ, ਸੂਰਬੀਰਤਾ ਵਾਲਾ ਪੱਖ ਜੀ, ਲੰਗਰ ਵਾਲਾ ਪੱਖ, ਕਿਉਂਕਿ ਇੱਕ ਸਿੱਖ ਵਿੱਚ ਹੀ ਸਤਿਗੁਰੂ ਨੇ ਸਾਰੇ ਗੁਣ ਭਰ ਦਿੱਤੇ। ਜੀ ਜੀ ਜੀ। ਜੇ ਬਾਬਾ ਦੀਪ ਸਿੰਘ ਜੀ ਕਥਾ ਕਰਦੇ ਨੇ ਤਾਂ ਵੀ ਸਿਰੇ ਜੀ, ਜੇ ਬਾਬਾ ਦੀਪ ਸਿੰਘ ਜੀ ਕਲਮ ਪਕੜਦੇ ਨੇ ਬਿਲਕੁਲ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਦੇ, ਤੇ ਜੇ ਉਸ ਮਹਾਂਪੁਰਖ ਨੂੰ ਸਮਾਂ ਆ ਬਣਦਾ ਹੈ ਗੁਰੂ ਧਾਮ ਦੀ ਬੇਅਦਬੀ ਨੂੰ ਨਹੀਂ ਸਹਾਰਦੇ, ਕੋਈ ਮਹਾਂਪੁਰਖ ਖੰਡਾ ਪਕੜ ਕੇ ਆਪਣਾ ਸੀਸ ਤਲੀ ਤੇ ਰੱਖ ਕੇ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਰਿਕਰਮਾ ਵਿੱਚ ਪਹੁੰਚ ਜਾਂਦੇ। ਜੀ 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 ਜੀ। ਇਹ ਸਿਰਫ ਇੱਕ ਉਦਾਹਰਨ ਹੈ। ਜਿਹੜੇ ਸਾਡਾ ਇਤਿਹਾਸ ਹੈ ਜੀ, ਇੱਛਾ ਮੇਰੀ ਇਹ ਵੀ ਸ਼ਬਦ ਦੀ ਸ਼ਾਨ ਹੋਵੇ ਤੇ ਇਤਿਹਾਸ ਨੂੰ ਨਾਲ ਲੈ ਕੇ ਚੱਲੀਏ ਜੀ। ਅਨਮਤਨ ਜਿਹੜੇ ਗ੍ਰੰਥ ਨੇ ਜੀ ਉਹਨਾਂ ਦੇ ਵੀ ਪ੍ਰਮਾਣ ਦਿੱਤੇ ਜਾ ਸਕਦੇ ਨੇ, ਜਿਵੇਂ ਆਪ ਜੀ ਸਾਰੀ ਰਹਿਤ ਮਰਿਆਦਾ ਬਾਰੇ ਜਾਣਦੇ ਹੋ ਜੀ, ਪਰ ਸ਼ਬਦ ਦੀ ਸ਼ਾਨ ਥੱਲੇ ਆਪਾਂ ਵਿਆਖਿਆ ਕਰ ਸਕਦੇ। ਬਿਲਕੁਲ 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 ਬਿਲਕੁਲ। ਤੇ ਇਹਦੇ ਵਿੱਚ ਭਾਈ ਸਾਹਿਬ ਜੀ ਇੱਕ ਮੈਂ ਛੋਟਾ ਜਿਹਾ ਆਪਨੇ ਜਿਹੜਾ ਸ਼ਰਧਾ ਔਰ ਸਾਰਾ ਕੁਝ ਇਸ਼ਾਰਤਨ ਦੱਸਿਆ ਹੈ, ਸਾਡੇ ਮੈਨੂੰ ਇੱਕ ਗੱਲ ਜਾਪਦੀ ਹੈ, ਸਾਡੇ ਬਜ਼ੁਰਗ ਉਹ ਜਦੋਂ ਗੱਲ ਕਰਦੇ ਸੀ ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਗੁਰੂ ਬਰਾਬਰ ਹੈ ਅਕਾਲ ਪੁਰਖ ਦੇ, ਸਾਡੇ ਬਜ਼ੁਰਗ ਗੁਰੂ ਔਰ ਵਾਹਿਗੁਰੂ ਦੇ ਵਿੱਚ ਫਰਕ ਨਹੀਂ ਸੀ ਸਮਝਦੇ। ਹੁਣ ਮੈਂ ਅਗਰ ਮੈਂ ਅਰਦਾਸ ਕਰਦਾ, ਮੈਂ ਬੇਨਤੀ ਕਰਦਾ, ਜੋਦੜੀ ਕਰਦਾ ਕਿ ਹੇ ਵਾਹਿਗੁਰੂ ਮੇਰਾ ਜਨਮ ਮਰਨ ਨਿਵਾਰ ਦੇ, ਤਾਂ ਸਾਇੰਸ ਦਾ ਕੋਈ ਫਾਰਮੂਲਾ, ਦੁਨੀਆ ਦੀ ਕੋਈ ਐਸੀ ਦਲੀਲ ਇਸ ਗੱਲ ਨੂੰ ਕਿਸੇ ਸਿਧਾਂਤ ਦੇ ਉੱਤੇ ਪਰਖ ਕੇ ਸਾਬਤ ਨਹੀਂ ਕਰ ਸਕਦੀ। ਜੇ ਮੈਂ ਕਹਿੰਦਾ ਕਿ ਮੈਂ ਵਾਹਿਗੁਰੂ ਦਾ ਸਿਮਰਨ ਕਰਾਂ, ਵਾਹਿਗੁਰੂ ਬੋਲਾਂ, ਇਹ ਉਸ ਦੇ ਸੱਚਖੰਡ ਵਿੱਚ ਪਹੁੰਚੇ, ਸਾਇੰਸ ਇਸ ਗੱਲ ਨੂੰ ਨਹੀਂ ਮੰਨਦੀ। ਇਹਦਾ ਮਤਲਬ ਜਿੱਥੇ ਸਾਇੰਸ ਖਤਮ ਹੋ ਰਹੀ ਹੈ ਉੱਥੋਂ ਅਧਿਆਤਮਵਾਦ ਸ਼ੁਰੂ ਹੁੰਦਾ ਹੈ। ਸੋ ਕੇਵਲ ਅਗਰ ਅਧਿਆਤਮ ਵਿੱਚੋਂ ਕੱਢ ਕੇ, ਸ਼ਰਧਾ ਕੱਢ ਕੇ, ਸਿਦਕ ਭਰੋਸਾ ਕੱਢ ਕੇ ਉਸ ਨੂੰ ਕੇਵਲ ਦਲੀਲ ਦੇ ਸਹਾਰੇ ਦੇ ਉੱਤੇ ਕਿਸੇ ਨੂੰ ਐਂਟਰਟੇਨ ਤਾਂ ਕੀਤਾ ਜਾ ਸਕਦਾ ਹੈ,
ਪਰ ਉਹ ਆਤਮਾ ਦੇ ਬਗੈਰ ਇੱਕ ਲੋਥ ਦੀ ਤਰ੍ਹਾਂ ਨਹੀਂ ਹੋ ਜਾਏਗਾ ਜੇ ਕੇਵਲ ਸ਼ਰਧਾ ਵਿਹੀਨ ਔਰ ਸਿਦਕ ਔਰ ਭਰੋਸੇ ਤੋਂ ਬਗੈਰ ਜਿੰਨੀ ਮਰਜ਼ੀ ਕੋਈ ਵਿਆਖਿਆ ਕਰੀ ਜਾਏ। ਪਿਛਲੇ ਦਿਨਾਂ ਤੋਂ ਇਹੋ ਜਿਹਾ ਸਾਡੇ ਵਿੱਚ ਚੱਲ ਪਿਆ ਹੈ ਜੀ ਕਿ ਜੋ ਸਾਡਾ ਆਤਮਿਕ ਜੀਵਨ ਹੈ ਜੀ ਅਸੀਂ ਉਹਨੂੰ ਬਾਹਮਣਵਾਦ ਤੇ ਕਰਮਕਾਂਡ ਕਹਿ ਕੇ ਖੰਡਨ ਕਰੀ ਜਾ ਰਹੇ ਜੀ, ਕਿਉਂਕਿ ਆਮ ਬੰਦਾ ਨਾਮ ਅਭਿਆਸ ਨਹੀਂ ਕਰਦਾ ਜੀ, ਸ਼ਬਦ ਦਾ ਜਾਪ ਨਹੀਂ ਕਰਦਾ, ਸਿਮਰਨ ਨਹੀਂ ਕਰਦਾ ਜੀ, ਉਹ ਆਲਸਪਣੇ, ਅਸੀਂ ਆਲਸਪਣੇ ਨੂੰ ਗੁਰਮਤਿ ਦਾ ਨਾਂ ਦੇ ਕੇ ਪਛਾਣ ਰਹੇ ਹਾਂ। ਜੀ ਜੀ, ਜੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਦੀ ਗੱਲ ਕਰਦੇ ਹਾਂ, ਸਾਡੇ ਅੰਦਰੋਂ ਉਸ ਸ਼ਬਦ ਵਿੱਚ ਸਾਡੇ ਰੂਹਾਨੀਅਤ ਹੀ ਨਹੀਂ, ਸਿਰਫ ਅੱਖਰਾਂ ਦੀ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਗੁਰੂ ਜੀ ਨੇ ਇੱਕ ਸ਼ਬਦ ਕਿਹਾ ਗੁਰ ਪ੍ਰਸਾਦ, ਗੁਰੂ ਪਰਮੇਸ਼ਰ ਜੀ। ਹੁਣ ਕੀ ਹੋਇਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਜੀ, ਨਾਨਕ ਨੂੰ ਗੁਰੂ ਤੋਂ ਬਾਹਰ ਕਰ ਦਿੰਦਾ ਜੀ ਜੀ ਜੀ। ਅੱਜ ਦੇ ਸਮੇਂ ਜੀ ਅਸੀਂ ਗੁਰੂ ਹੋਰ ਚੀਜ਼ ਬਣਾ ਦਿੱਤੀ ਤੇ ਨਾਨਕ ਨੂੰ ਇੱਕ ਵਿਅਕਤੀ ਦੇ ਰੂਪ ਵਿੱਚ ਪੇਸ਼ ਕਰ ਰਹੇ ਜੀ 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 ਜੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਵਚਨ ਕੀਤੇ ਨੇ, ਭਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਤਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਜੀ 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 ਜੀ। ਜਾਂ ਸ਼ਬਦ ਅਸੀਂ ਪੜ੍ਹਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਜੀ ਜੀ ਜੀ, ਜਿਸ ਦਾ ਰਾਖੀ ਨੇ ਜੀ ਜੀ। ਅਸੀਂ ਇਹਨਾਂ ਨੂੰ ਡਰ ਗਏ, ਡਰ ਦਾ ਸ਼ਬਦ ਵੀ ਸਾਨੂੰ ਇਹ ਪ੍ਰਤੀਤ ਹੋ ਗਿਆ ਵੀ ਜਿਹੜੀ ਗੁਰੂ ਦੀ ਦੇਹ ਹੈ ਉਹ ਸਾਡੇ ਵਰਗੀ ਇੱਕ ਦੇਹ, ਪਰ ਇੱਥੇ ਜੀ ਭੁਲੇਖਾ ਪੈ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਨੇ ਵਾਰ-ਵਾਰ ਸਾਨੂੰ ਸਮਝਾਇਆ ਮਾਨੂ ਕਾ ਰੂਪ ਨਾ ਜਾ। ਸਰਦਾਰ ਕਪੂਰ ਸਿੰਘ ਉਹਨਾਂ ਦਾ ਪਿਛਲੇ ਦਿਨ ਮੈਂ ਬਚਨ ਪੜ੍ਹ ਰਿਹਾ ਸਾਂ, ਉਹ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰ ਰਹੇ ਸਨ। ਪਿੱਛੇ ਪੁਸਤਕ ਮੈਨੂੰ ਮਿਲੀ ਇੱਕ ਸਿੱਖ ਦਾ ਬੁੱਧ ਨੂੰ ਪੜ੍ਹਨਾ ਜੀ ਜੀ, ਉਹਦੇ ਵਿੱਚ ਉਹਨਾਂ ਨੇ ਜੋ ਵਿਆਖਿਆ ਆਦ ਦੀ ਕੀਤੀ ਬਾਕਮਾ ਜੀ। ਕਹਿੰਦੇ ਆਦ ਸ਼੍ਰੀ ਦੇਖੋ ਉਹਨਾਂ ਦੇ ਆਪਣੇ ਖਿਆਲ ਨੇ ਜੀ। ਉਹ ਕਹਿੰਦੇ ਨੇ ਆਦ ਦਾ ਅਰਥ ਹੈ ਉਹ ਗਿਆਨ ਜਿਹੜਾ ਮੁੱਢ ਵਿੱਚ ਸੀ, ਨਾ ਉਹ ਬਿਆਨਿਆ ਗਿਆ ਨਾ ਉਹਨੂੰ ਕਿਸੇ ਨੂੰ ਸੁਣਾਇਆ ਗਿਆ, ਜਿਹਨੂੰ ਸੁਣ ਸਮਾਦ ਕਹਿੰਦੇ ਜੀ। ਕਹਿੰਦੇ ਜੋ ਆਦ ਵਿੱਚ ਗਿਆਨ ਸੀ ਜਾਂ ਉਸ ਸੁਣ ਵਿੱਚ ਦੇ ਗਰਭ ਵਿੱਚ ਜੋ ਗੁਰੂ ਸ਼ਕਤੀ ਬੈਠੀ ਹੋਈ ਸੀ, ਜਦੋਂ ਉਹ ਸਫਲ ਹੋਇਆ ਆਦ ਨੇ, ਉਹਨੇ ਫਿਰ ਇਸ ਮਾਨਵਤਾ ਦੇ ਭਲੇ ਦੇ ਲਈ ਨਾ ਗੁਰੂ ਨੂੰ ਥਾਮ ਕੇ ਭੇਜਿਆ। ਬਿਲਕੁਲ ਬਿਲਕੁਲ ਬਿਲਕੁਲ। ਭਾਈ ਸਾਹਿਬ ਇੱਕ ਛੋਟਾ ਜਿਹਾ ਸਾਨੂੰ ਬ੍ਰੇਕ ਲੈਣਾ ਪਏਗਾ, ਮੈਂ ਇੱਕ ਵਕਫਾ ਛੋਟਾ ਜਿਹਾ ਲੈ ਕੇ ਤੇ ਆਪ ਜੀ ਜ਼ਰੂਰ ਲਾਈਨ ਤੇ ਰਹਿਣਾ, ਬਹੁਤ ਗੰਭੀਰ ਆਪ ਦੱਸ ਰਹੇ ਹੋ ਤੇ ਗੁਸਤਾਖੀ ਮਾਫ। ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਅਸੀਂ ਮੁੜ ਹਾਜ਼ਰ ਹੁੰਨੇ ਆ ਤੇ ਇੱਕ ਬ੍ਰੇਕ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਿਆਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਲਈ ਮਾਣ ਦੀ ਗੱਲ ਹੈ ਕਿ ਪੰਥ ਦੀ ਮਾਇਆ ਨਾਜ਼ ਹਸਤੀ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਦਰਸ਼ਕਾਂ ਦੇ ਰੂਬਰੂ ਹਨ ਔਰ ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ ਸਾਨੂੰ ਸ਼ਰਧਾ ਔਰ ਅਧਿਆਤਮਵਾਦ ਕੀ ਚੀਜ਼ ਹੈ ਉਸ ਦੇ ਉੱਤੇ ਬੜੇ ਸੁਖੈਨ ਲਫ਼ਜ਼ਾਂ ਦੇ ਵਿੱਚ ਕੁਝ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਜਿਹੜਾ ਸਾਨੂੰ ਸਮਝ ਆ ਸਕੇ। ਭਾਈ ਸਾਹਿਬ ਜੀ ਵਕਫੇ ਦੇ ਬਾਅਦ ਮੁੜ ਆਪ ਦਾ ਸਵਾਗਤ ਕਰਦਿਆਂ ਹੋਇਆਂ ਸਮੇਂ ਦੀ ਦੇਖਦਿਆਂ ਹੋਇਆਂ ਇੱਕ ਤੋਂ ਛੋਟੇ-ਛੋਟੇ ਨੁਕਤੇ ਹਨ ਜਿਹੜੇ ਆਪ ਨਾਲ ਸਾਂਝੇ ਕਰਨੇ ਚਾਹਾਂਗੇ ਕਿ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਜੋ ਕਿ ਹੁਣ ਆਪ ਉਸ ਦੇ ਜ਼ਾਮਨ ਵੀ ਹੋ ਔਰ ਆਪ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ, ਸਿੱਖ ਰਹਿਤ ਮਰਿਆਦਾ ਦੇ ਵਿੱਚ ਸਿੱਖ ਉਹ ਹੈ, ਸਿੱਖ ਦੀ ਪਰਿਭਾਸ਼ਾ ਜੋ ਦਿੱਤੀ ਗਈ ਹੈ ਜਿਹੜਾ 10 ਗੁਰੂ ਸਾਹਿਬਾਨ ਵੀ ਨਿਸ਼ਚਿਤ ਕਰ ਦਿੱਤੇ ਗਏ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ, ਇਹ ਤਿੰਨ ਲਫ਼ਜ਼ ਹਨ। ਇਹਦਾ ਮਤਲਬ ਬਾਣੀ ਦਾ ਸਰੋਤ 10 ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਵੀ ਹੈ। ਔਰ ਇਸੇ ਤਰੀਕੇ ਨਾਲ ਗੁਰਮਤ ਦੀ ਰਹਿਣੀ ਦੇ ਵਿੱਚ ਵੀ ਅੰਕਿਤ ਕੀਤਾ ਹੈ ਕਿ ਸਿੱਖ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਆਪਣਾ ਇਸ਼ਟ ਔਰ ਮੁਕਤੀ ਦਾਤਾ ਮੰਨੇ। ਔਰ ਤੀਸਰਾ ਹੈ ਗੁਰਬਾਣੀ ਦੀ ਕਥਾ ਹੋ ਸਕਦੀ ਹੈ
ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ, ਕੀ ਇਹ 10 ਗੁਰੂ ਸਾਹਿਬਾਨ ਦੀ ਬਾਣੀ ਜਿਹੜਾ ਬਾਰ-ਬਾਰ ਸਿੱਖ ਦੀ ਪਰਿਭਾਸ਼ਾ ਵਿੱਚ, ਗੁਰਮਤ ਦੀ ਰਹਿਣੀ ਵਿੱਚ ਔਰ ਕਥਾ ਵਿੱਚ ਜਿਹੜਾ ਆ ਰਿਹਾ ਹੈ, ਇਸ ਦਾ ਕੀ ਵਿਆਖਿਆ ਔਰ ਕਿਤਨੀ ਕਿਸ ਦੀ ਮਹੱਤਤਾ ਹੈ? ਪਹਿਲੀ ਗੱਲ, ਜਿਹੜਾ ਰਹਿਤ ਮਰਿਆਦਾ ਵਿੱਚ ਗੁਰਬਾਣੀ ਕਥਾ ਬਾਰੇ ਦੱਸਿਆ ਗਿਆ ਹੈ ਜੀ, ਉਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਉਹ ਵੇ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ। ਜੀ ਜੀ। ਦੂਜਾ ਸ਼ਬਦ ਹੈ ਕਥਾ ਦਾ ਮਨੋਰਥ ਗੁਰਮਤ ਦਰੜੌੜਾ ਹੀ ਹੋਵੇ। ਜੀ। ਤੀਸਰਾ ਹੈ ਕਥਾ 10 ਗੁਰੂ ਸਾਹਿਬਾਨ ਦੀ ਬਾਣੀ। ਜੀ। ਅੱਗੇ ਨੁਕਤਾ ਬੜਾ ਧਿਆਨ ਨਾਲ ਸਮਝਣਾ ਹੈ। ਜੀ। ਜਾਂ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ। ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਅਨੁਕੂਲ ਹੋਣ ਜੀ ਹੋ ਸਕਦੀ। ਜੀ ਜੀ। ਇਸ ਨੁਕਤੇ ਨੂੰ ਬੜਾ ਧਿਆਨ ਨਾਲ ਫਿਰ ਸੁਣਿਓ ਮੇਰੀ ਬੇਨਤੀ। ਹਾਂਜੀ। ਕਿਹੜੀ ਕਥਾ ਹੋ ਸਕਦੀ? ਇਕੱਲੇ ਗੁਰੂ ਗ੍ਰੰਥ ਸਾਹਿਬ ਸ਼ਬਦ ਨਹੀਂ ਵਰਤਿਆ ਨਾ ਨਾ। ਉੱਥੇ ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਜੀ ਜਾਂ ਜੀ ਭਾਈ ਗੁਰਦਾਸ ਸਾਹਿਬ ਭਾਈ ਨੰਦ ਲਾਲ ਜੀ ਜਾਂ ਜੀ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਦੀ ਜੋ ਗੁਰਮਤ ਅਨੁਕੂਲ ਹੋਣ ਜੀ ਇਹ ਹੋ ਸਕਦੀ ਹੈ। ਜੀ। ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਜੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ। ਬਿਲਕੁਲ। ਹਾਂਜੀ। ਵਿਖਿਆਨ ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੁੱਧ ਹਾਂਜੀ ਸ਼ਬਦ ਜਿਹੜਾ ਹੈ ਹਾਂਜੀ ਕੋਈ ਵਿਖਿਆਨ ਨਹੀਂ ਹੋ ਸਕਦਾ। ਜੀ। ਅਸਲ 'ਚ ਦੇਖੋ ਰਹਿਤ ਮਰਿਆਦਾ 'ਚ ਗੁਰੂ 10 ਗੁਰੂ ਸਾਹਿਬਾਨ ਦੀ ਬਾਣੀ, ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜੀ, ਦਸ਼ਮੇਸ਼ ਸਤਿਗੁਰੂ ਦੇ ਬਚਨ, ਜੀ, ਭਾਈ ਗੁਰਦਾਸ ਭਾਈ ਨੰਦ ਲਾਲ ਜੀ, ਤੇ ਜਿਹੜੇ ਪੰਥਕ ਪ੍ਰਮਾਣਿਤ ਸਾਡੇ ਇਤਿਹਾਸਕ ਸਰੋਤ ਨੇ, ਜਿਵੇਂ ਗੁਰੂ ਪ੍ਰਤਾਪ ਸੂਰੀ ਦੀ ਕਥਾ ਹੁੰਦੀ, ਜੀ, ਕਿਤੇ ਗੁਰੂ ਪੰਥ ਪ੍ਰਕਾਸ਼ ਦੀ ਕਥਾ ਹੁੰਦੀ, ਬਿਲਕੁਲ। ਹਾਂਜੀ। ਗੁਰਮਤ ਅਨੁਸਾਰ ਉਹਨਾਂ ਦੀ ਕਥਾ ਕੀਤੀ ਜਾ ਸਕਦੀ। ਦੇਖੋ ਬੜੇ ਸਪਸ਼ਟ ਸ਼ਬਦ ਲਿਖੇ ਹੋਏ ਜੀ। ਜਾਂ ਪਾ ਕੇ 3-4 ਵਾਰ। ਬਿਲਕੁਲ ਬਿਲਕੁਲ। ਇਹਦਾ ਮਤਲਬ ਇਹਨਾਂ ਜੇ ਭਾਈ ਗੁਰਦਾਸ ਸਾਹਿਬ ਦੀਆਂ ਪੌੜੀਆਂ ਦੀ 12 ਦੀ ਕਵਿਤਾ ਹੋਈਆਂ ਦੀ ਆਪਾਂ ਕਥਾ ਕਰੀਏ ਪ੍ਰਵਾਨ ਜੀ। ਭਾਈ ਨੰਦ ਲਾਲ ਸਾਹਿਬ ਦੀ ਰਚਨਾ ਜੀ। ਹੋਰ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਦੀ ਕਥਾ ਗੁਰੂ ਸੰਗਤ ਵਿੱਚ ਕੀਤੀ ਜਾ ਸਕਦੀ ਹੈ। ਜੀ ਜੀ। ਸੋ ਇਹਦਾ ਮਤਲਬ ਹੈ ਜੀ, ਆਪ ਕੁਝ ਦੱਸ ਰਹੇ ਸੀ। ਜੀ ਜੀ। ਹਾਂਜੀ, ਹੁਕਮ ਕਰੋ। ਉਸ ਤੋਂ ਬਾਅਦ ਇਹ ਵੀ ਇਸ ਸਾਰੀ ਕਥਾ ਦਾ ਮਨੋਰਥ ਇਹ ਹੋਵੇ ਸੀ ਗੁਰਮਤ ਦ੍ਰਿੜ ਕਰਾਣੀ। ਜੀ ਜੀ ਜੀ। ਸੋ ਇਸ ਦਾ ਅਰਥ ਹਾਂਜੀ ਪ੍ਰਮਾਣ ਹਾਂਜੀ ਆਤਮਾ ਦੀ ਪੁਸਤਕ ਦਾ ਸਿੱਖਿਆ ਦਾ ਪ੍ਰਮਾਣ ਲਿਆ ਜਾ ਸਕਦਾ ਹੈ। ਜੀ। ਇੱਥੋਂ ਤੱਕ ਅੱਜ ਮੈਨੂੰ ਕਈ ਵਾਰੀ ਖੇਡ ਨਾਲ ਕਹਿਣਾ ਪੈਂਦਾ ਹੈ, ਅਸੀਂ ਕਥਾ ਕਰਨ ਵਾਲੇ ਲੋਕ ਭਾਈ ਗੁਰਦਾਸ ਸਾਹਿਬ ਭਾਈ ਨੰਦ ਲਾਲ ਸਾਹਿਬ ਇਵਨ ਕਿ ਗੁਰੂ ਸਾਹਿਬਾਨ ਜੀ ਦੇ ਇਤਿਹਾਸ ਨੂੰ ਬਿਆਨ ਕਰਨ ਤੋਂ ਹਿਚਕਾ ਰਹੇ ਜੀ ਜੀ ਜੀ। ਕਿਉਂਕਿ ਸਾਡੇ ਮਨ 'ਚ ਆ ਗਿਆ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਬਾਣੀ 'ਚ ਕੋਈ ਸ਼ੱਕ ਨਹੀਂ। ਜੀ ਜੀ ਜੀ। ਅਸੀਂ ਇਸ ਸ਼ਬਦ ਨੂੰ ਸਮਝੀਏ ਕਿਹੜੀ ਚੀਜ਼ ਹੈ ਕੱਚੀ ਤੇ ਕਿਹੜੀ ਚੀਜ਼ ਹੈ ਪੱਕੀ। ਜੀ 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 ਜੀ। ਸੋ ਇਹਦਾ ਬੋਲਾਂ ਵਿੱਚੋਂ ਸਤਿਗੁਰੂ ਜੀ ਦੀ ਗੁਰਮਤ ਨਹੀਂ ਜੀ, ਉਹ ਭਾਵੇਂ ਆਪਾਂ ਹੁਣੇ ਬੋਲੀਓ ਸਾਫ ਸ਼ਬਦ ਹੀ ਕੱਚਾ ਹੈ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਆਪ ਜੀ ਨੇ ਦੱਸਿਆ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ, ਭਾਈ ਨੰਦ ਲਾਲ ਜੀ ਔਰ ਇਹਨਾਂ ਸਾਰੀਆਂ ਦੀ ਵਿਆਖਿਆ ਔਰ ਇਹਦੀ ਕਥਾ ਹੋ ਸਕਦੀ ਹੈ। ਇਹ ਬਗੈਰ ਰਹਿਤ ਲਿਖਿਆ ਜੀ ਜੀ ਜੀ। ਇਹਦਾ ਮਤਲਬ ਜੇਕਰ ਇਹਨਾਂ 10 ਗੁਰੂ ਸਾਹਿਬਾਨ ਚੋਂ ਕਿਸੇ ਗੁਰੂ ਸਾਹਿਬ ਨੂੰ ਵੱਖ ਕਰਨਾ ਚਾਹੇ ਤਾਂ ਉਸੇ ਤਰ੍ਹਾਂ ਹੀ ਹੈ ਜਿਵੇਂ ਕੋ ਕਵੇ ਕਿ ਮੈਂ 10 ਗੁਰੂ ਸਾਹਿਬਾਨ ਦੇ ਵਿੱਚੋਂ ਫਲਾਣੇ ਗੁਰੂ ਸਾਹਿਬ ਨੂੰ ਨਹੀਂ ਮੰਨਦਾ, ਇਹ ਉਸੇ ਤਰ੍ਹਾਂ ਦੀ ਫਿਰ ਗੱਲ ਮੰਨੀ ਜਾਏਗੀ। ਦੇਖੋ ਜੀ, ਗੁਰੂ ਸਾਹਿਬਾਨ ਜੀ ਸਤਿਗੁਰੂ ਸਾਹਿਬਾਨ ਇੱਕ ਜੋਤ ਨੇ ਜੀ। 10 ਸ਼ਰੀਰਾਂ ਚੋਂ ਵਿਚਰਦੇ ਪਏ ਜੀ। ਪਰ ਹਰ ਦੇਹ ਵਿੱਚ ਵਿਚਰਦੇ ਹੋਏ ਵੀ ਉਹ ਆਪਣੀ ਕਿਰਪਾ ਵੱਖਰੀ ਵਰਤਾਉਂਦੇ ਪਏ। ਠੀਕ ਠੀਕ ਹੈ ਠੀਕ। ਵੱਖਰੀ ਵਰਤਾਨ ਦੇ ਬਾਵਜੂਦ ਵੀ ਉਹ ਇੱਕੋ ਹੀ ਖੇਡ ਹੋ ਰਹੀ ਹੈ। ਉਦਾਹਰਨ ਦੇ ਤੌਰ ਤੇ ਜੀ ਜੀ ਹਾਂਜੀ ਹਾਂਜੀ। ਜਿਵੇਂ ਉਦਾਹਰਨ ਦੇ ਤੌਰ ਤੇ ਸੁਖਮਨੀ ਸਾਹਿਬ ਦੀ ਇੱਕ ਪਦਾ ਪੜ੍ਹਦੇ ਹਾਂ ਜਿਸ ਵਿੱਚ ਸਤਿਗੁਰੂ ਦੀ ਨਜ਼ਰ ਕਿਰਪਾ ਪ੍ਰਸਾਦ ਦੇ ਵੱਖਰੇ ਵੱਖਰੇ ਤਰੀਕੇ ਨੇ। ਜੀ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਦਕ ਸੰਗ ਰਾਮ ਗੁਣ ਰਵੇ। ਪਾਰ ਬ੍ਰਹਮ ਕੀ ਦਰਗੇ ਕਵੇ ਸੁਨਕਰ ਬਚਨ ਕਰਮ ਅਗਾਨੇ ਮਨ ਸੰਤੋਖ ਆਤਮ ਪਤਿਆਨੇ
जाने पूरा गुर अख्यो जाका मंत्र अमृत दृष्ट देखा वो संत। ਹੁਣ ਇਸ ਪਦੇ ਨੂੰ ਵੀ ਧਿਆਨ ਨਾਲ ਦੇਖੀਏ ਕਿ ਗੁਰ ਪ੍ਰਸਾਦ ਕਿਵੇਂ ਹੁੰਦੀ ਸਾਰੀਆਂ ਸਾਖੀਆਂ ਵਿੱਚ ਆ ਜਾਂਦੀਆਂ ਨੇ ਜੀ। ਗੁਰੂ ਦੇ ਦਰਸ਼ਨ ਕੀਤਿਆਂ ਵੀ ਕਿਰਪਾ ਮਿਲਦੀ ਹੈ, ਗੁਰੂ ਦਾ ਬਚਨ ਸੁਣਿਆ ਵੀ ਕਿਰਪਾ ਮਿਲਦੀ ਹੈ, ਗੁਰੂ ਜੀ ਦੇ ਚਰਨ ਸਪਰਸ਼ ਕੀਤਿਆਂ ਵੀ ਕਿਰਪਾ ਮਿਲਦੀ ਹੈ, ਗੁਰੂ ਦਾ ਸ਼ਬਦ ਕਮਾਨ ਦੇ ਨਾਲ ਵੀ ਕਿਰਪਾ ਮਿਲਦੀ ਹੈ। ਜੀ ਜੀ ਭਾਈ ਸਾਹਿਬ ਜੀ, ਜੀ ਇੱਕ ਹੋਰ ਸਵਾਲ ਹੈ ਛੋਟਾ ਜਿਹਾ ਕਿ ਜਿਸ ਤਰ੍ਹਾਂ ਕਥਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਵਰਣਨ ਕੀਤਾ ਹੈ ਕਿ ਰਾਮ ਕਥਾ ਜੁਗ ਜੁਗ ਅਟਲ, ਉਹਨਾਂ ਨੇ ਵੀ ਕਥਾ ਦਾ ਪ੍ਰਸੰਗ ਦਿੱਤਾ ਹੈ ਕਿ ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਫਿਰ ਆਪਣੇ ਬਾਰੇ ਵੀ ਆਪਣੀ ਕਥਾ ਅਬ ਮੈਂ ਆਪਣੀ ਕਥਾ ਬਖਾਨੋ। ਇਹ ਇਹਨਾਂ ਤਿੰਨਾਂ ਦਾ ਕੀ ਮਹੱਤਵ ਹੈ ਆਪ ਜੀ ਦੇ ਵਿਚਾਰ ਮੁਤਾਬਕ? ਵੈਸੇ ਤਾਂ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਸੀ ਬਬਾਨੀਆਂ ਕਹਾਣੀਆਂ ਵਿੱਚ ਜੀ। ਉਹਨਾਂ ਦੀ ਪੁਸਤਕ ਵਿੱਚ ਅਖੀਰਲੇ 2 ਚੈਪਟਰ ਨੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੀ ਲਿਖਤ ਜੀ, ਭਗਵਤੀ ਤੇ ਕਾਲਕਾ ਜੀ। ਉਹਦੇ ਵਿੱਚ ਉਹ ਗੱਲ ਕਹਿੰਦੇ ਨੇ ਵੀ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦੀ ਕਥਾ ਕਰਨ ਲੱਗਿਆ ਜੀ। ਇਹ ਪ੍ਰੋਫੈਸਰ ਸਾਹਿਬ ਸਿੰਘ ਦੀ ਲਿਖਤ ਹੈ ਜੀ। ਵੀ ਕਿਸੇ ਵੀ ਬਾਹਰ ਦੇ ਕੋਸ਼ ਦੀ ਸਹਾਇਤਾ ਨਹੀਂ ਹੋ ਸਕੇਗੀ, ਕਿਉਂਕਿ ਜਦੋਂ ਸ਼ਾਇਰ ਆਪਣੀ ਰਚਨਾ ਕਰਦਾ ਹੈ ਉਹ ਆਪਣੇ ਸ਼ਬਦਾਂ ਦੇ ਆਪਣੇ ਹੀ ਨਵੇਂ ਅਰਥ ਸਿਰਜਦਾ ਹੈ। ਜੀ ਜੀ ਜੀ। ਜਦੋਂ ਗੁਰੂ ਗ੍ਰੰਥ ਸਾਹਿਬ ਚ ਬੜੇ ਸ਼ਬਦ ਐਸੇ ਨੇ, ਜਿਵੇਂ ਅਸੀਂ ਕਬੀਰ ਸਾਹਿਬ ਦਾ ਬਚਨ ਪੜ੍ਹਨੇ, ਕਹੋ ਕਬੀਰ ਪ੍ਰਗਟ ਪਈ ਖੇਡ ਲੈ ਲੈ ਕੋ ਚੁੰਗਾ ਨਿਤ ਭੇਡ। ਹਾਂਜੀ ਹਾਂਜੀ। ਜੇ ਕੋਸ਼ ਵਿੱਚੋਂ ਦੇਖਾਂਗੇ ਲੇਲਾ ਤੇ ਭੇਡ ਸਾਨੂੰ ਮਾਂ ਭੇਡ ਦਾ ਬੱਚਾ ਤੇ ਭੇਡ ਦਾ ਦਿਸੇਗੀ। ਪਰ ਜਿਹੜੀ ਕਬੀਰ ਸਾਹਿਬ ਨੇ ਸ਼ਬਦਾਵਲੀ ਵਰਤੀ, ਇਸ ਸ਼ਬਦਾਵਲੀ ਦੇ ਅਰਥ ਅਸੀਂ ਠੀਕ ਹੈ ਕਥਾ ਵਾਲੇ ਖਿੱਚ ਤੂਗੇ ਕਰ ਜਾਵਾਂਗੇ, ਪਰ ਇਸ ਸ਼ਬਦਾਂ ਦਾ ਕੋਸ਼ ਕੇਵਲ ਅਰਥ ਕਬੀਰ ਸਾਹਿਬ ਹੀ ਜਾਣਦੇ। ਬਿਲਕੁਲ 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 ਠੀਕ ਹੈ। ਇੱਧਰ ਦੇਖੋ ਜਿਹੜੇ ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ, ਇੱਕ ਤਾਂ ਉਹਨਾਂ ਆਪਣੀ ਸਵੈ ਜੀਵਨੀ ਜੀ, ਆ ਮੈਂ ਆਪਣੀ ਕਥਾ ਬਖਾਨੂ ਤਤ ਸਾਧ ਜੀ ਬਿਦ ਮੁਰੇ ਆਨੂ ਹੇਮਕੁੰਟ ਪਰਬਤ ਹੈ ਜਹਾਂ, ਸਤਿਗੁਰੂ ਨੇ ਆਪਣੀ ਉਸ ਜੀਵਨੀ ਨੂੰ ਬਿਆਨ ਕੀਤਾ। ਦੂਜੀ ਗੱਲ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਨੇ ਆਪਾਂ ਤੇ ਉਹਦੇ ਵਿੱਚ ਵੀ, ਕਿਉਂਕਿ ਅੱਜ ਅਸੀਂ ਈਰਖਾਵਸ ਹੋ ਕੇ ਜੋ ਮਰਜ਼ੀ ਬੋਲੀ ਜਾਈਏ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 2-3 ਸ਼ਬਦ ਛੱਡ ਕੇ, ਜਿਵੇਂ ਰੋਵੇ ਰਾਮ ਨਿਕਾਲਾ ਪਿਆਣ, ਉਹਦੇ ਵਿੱਚੋਂ ਵੀ ਜਿਹੜਾ ਰਾਮ ਸ਼ਬਦ ਹੈ ਉਹ ਅਵਤਾਰ ਨੂੰ ਹਜ਼ੂਰ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੋੜ ਕੇ ਅਰਥ ਕੀਤੇ। ਗੁਰੂ ਸਾਹਿਬ ਨੇ ਕਿਹਾ ਦੇਖੋ ਇਹ ਕਥਾ ਸ਼੍ਰੀ ਰਾਮਚੰਦਰ ਜੀ ਦੀ ਕਥਾ ਜੁਗਾਂ ਜੁਗਾਂ ਤੋਂ ਲੋਕ ਪੜ੍ਹਦੇ ਪਏ, ਉਹਨਾਂ ਨੇ ਆਪਣੀ ਪੁਰੀ ਨੂੰ ਵੀ ਸਵਰਗ ਬਣਾ ਦਿੱਤਾ। ਦੂਜੀ ਜਿਹੜੀ ਦਸਮ ਕਥਾ ਭਗਵਤ ਕੀ, ਉਹਦੇ ਵਿੱਚ ਹਜ਼ੂਰ ਨੇ ਕਿਹਾ ਜੋ ਅਸੀਂ ਵੀਰ ਰਸੀ ਕਥਾਵਾਂ ਰੱਖ ਰਹੇ ਹਾਂ, ਇਹਨਾਂ ਦੇ ਅੰਦਰ ਹੋਰ ਕੋਈ ਵਾਸ਼ਨਾ ਨਹੀਂ, ਇੱਕੋ ਵਾਸ਼ਨਾ ਹੈ ਕਿ ਅਸੀਂ ਨਿਖਬਲ ਕਮਜ਼ੋਰ ਇੱਕੇ ਲੋਕਾਂ ਨੂੰ ਸੁਚੇਤ ਕਰਕੇ ਜ਼ਾਲਮ ਦਾ ਮੁਕਾਬਲਾ ਕਰਾ ਸਕੇ। ਜੀ 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 ਗੁਰੂ ਸਾਹਿਬ ਨੇ ਜੀ ਜੀ। ਭਾਈ ਸਾਹਿਬ ਇੱਕ ਅਖੀਰਲਾ ਇੱਕ ਕਥਾ ਬਹੁਤ ਕਾਫੀ ਕੁਛ ਸ਼ਬਦਾਵਲੀ, ਅੱਖਰ, ਵਿਆਕਰਣ ਇਹਨਾਂ ਦੇ ਉੱਤੇ ਆਧਾਰਿਤ ਹੁੰਦੀ ਹੈ, ਇਹਨੂੰ ਬੁਣਨਾ ਪੈਂਦਾ ਹੈ। ਪਰ ਜਦੋਂ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਨ ਜਾਨੀ, ਇਹ ਅਕਥ ਕਥਾ ਕਿਹੜੀ ਹੈ ਜਿਹੜੀ ਕਥਨ ਕੀਤੇ ਬਿਨਾਂ ਜਿਹੜੀ ਕਥਾ ਹੋ ਜਾਂਦੀ ਹੈ? ਅਸਲ ਚ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਬੜੇ ਵੀ ਹੈ ਅਕਥ ਜੀ, ਅਕਈਓ ਅਕੈ, ਇਹਦਾ ਮਤਲਬ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੀ ਜੀ। ਅਕਥ ਦਾ ਅਰਥ ਜਿੰਨੇ ਕੋ ਸਤਿਗੁਰੂ ਸੋਝੀ ਬਖਸ਼ੀ, ਪਰ ਮੈਂ ਆਪਣੀ ਵਿਚਾਰ ਦਾਵਾ ਨਹੀਂ ਰੱਖਾਂਗਾ ਜੋ ਮੈਂ ਕਹਿ ਰਿਹਾ ਅਖੀਰਲਾ ਸੱਚ ਇਹ ਜੀ, ਕਿਉਂਕਿ ਗੁਰੂ ਸਮਰਾਟ ਹੈ, ਗੁਰੂ ਬੇਅੰਤ ਹੈ ਜੀ। ਅਕਥ ਦਾ ਅਰਥ ਉਹ ਰੱਬੀ ਅਨੁਭਵੀ ਗਿਆਨ ਜਿਹਨੂੰ ਮੁਕੰਮਲ ਤੌਰ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜੀ ਜੀ ਜੀ। ਉਹਨੂੰ ਮਾਣਿਆ ਜਾ ਸਕਦਾ। ਠੀਕ ਹੈ ਠੀਕ ਹੈ ਠੀਕ ਹੈ। ਕਿਉਂਕਿ ਇੱਕ ਅਵਸਥਾ ਐਸੀ ਹੁੰਦੀ ਹੈ ਜਦੋਂ ਬੰਦਾ ਪਰਮ ਰਸ ਵਿੱਚ ਮਗਨ ਹੋ ਜਾਂਦਾ ਹੈ, ਉਦੋਂ ਅੱਖਰਾਂ ਦੀ ਮੌਤ ਹੋ ਜਾਂਦੀ ਹੈ, ਕੇਵਲ ਉਹਨੂੰ ਗੁੰਗੇ ਦੀ ਮਠਿਆਈ ਵਰਗਾ ਰਸ ਆਈ ਜਾਂਦਾ। ਜੀ 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 ਜੀ। ਪਰ ਉਹਦਾ ਮਤਲਬ ਇਹ ਨਹੀਂ ਵੀ ਉਹਨੂੰ ਸਮਝ ਨਹੀਂ, ਕਿਉਂਕਿ ਗੁੰਗਾ ਜੇ ਖਾ ਰਿਹਾ ਗੁੜ ਜਾਂ ਬਾਣੀ ਨੇ ਬੜੇ ਸ਼ਬਦ ਤੇ ਵਰਤੇ ਨੇ, ਉਹ ਅਨੁਭਵ ਦਾ ਆਨੰਦ ਲੈ ਰਿਹਾ ਜੀ, ਪਰ ਉਹ ਉਸ ਆਨੰਦ ਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹ ਸੁਖ ਬਿਆਨ ਕਰਨ ਤੋਂ ਪਰਾਂ ਹੈ। ਬਸ
ਠੀਕ ਹੈ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਤੇ ਇੱਕ ਛੋਟਾ ਜਿਹਾ ਵਕਫਾ ਲੈ ਕੇ ਫਿਰ ਵਾਪਸ ਆ ਕੇ ਆਪ ਨੂੰ ਫਤਿਹ ਬੁਲਾਵਾਂਗੇ। ਆਪ ਕਿਰਪਾ ਕਰਕੇ ਲਾਈਨ ਤੇ ਰਹਿਣਾ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਫਿਰ ਮਿਲਦੇ ਹਾਂ। ਇੱਕ ਵਕਫਾ। ਵਕਫੇ ਦੇ ਬਾਅਦ ਅਸੀਂ ਮੁੜ ਹਾਜ਼ਰ ਹੋਏ ਹਾਂ ਤੇ ਆਪ ਦਾ ਬਹੁਤ ਬਹੁਤ ਸਵਾਗਤ ਹੈ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਰਸਾਏ ਹੋਏ ਸਾਡੇ ਨਾਲ ਹਨ। ਭਾਈ ਸਾਹਿਬ, ਆਪ ਨੇ ਬਹੁਤ ਸਮਾਂ ਦਿੱਤਾ। ਅਖੀਰ ਦੇ ਵਿੱਚ ਸਿਰਫ ਇੱਕ ਚੀਜ਼ ਆਪ ਨਾਲ ਕਿ ਜਦੋਂ ਅਸੀਂ ਪੜ੍ਹਦੇ ਹਾਂ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਗਿਆਨੀ ਰਤਨ ਸਿੰਘ ਪੰਗੂ ਦਾ, ਉਹਦੇ ਵਿੱਚ ਇਤਨਾ ਜਜ਼ਬਾ ਹੈ, ਇਤਨਾ ਜੋਸ਼ ਹੈ ਕਿ ਮਾਸਟਰ ਤਾਰਾ ਸਿੰਘ ਜੀ, ਭਾਈ ਜੋਤ ਸਿੰਘ ਜੀ ਔਰ ਹੋਰ ਕਈ ਗੁਰਸਿੱਖਾਂ ਨੇ ਲਿਖਿਆ ਹੈ ਕਿ ਅਸੀਂ ਸਿੰਘ ਸਜੇ ਹਾਂ, ਹਿੰਦੂ ਪਰਿਵਾਰ ਤੋਂ ਸਿੱਖੀ ਵੱਲ ਆਏ ਹਾਂ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰਕੇ। ਸਰਦਾਰ ਕਪੂਰ ਸਿੰਘ ਨੇ ਲਿਖਿਆ ਹੈ ਕਿ ਉਹ ਜਿਹੜਾ ਪੰਥ ਪ੍ਰਕਾਸ਼ ਸੀ ਉਹਦਾ ਅੰਗਰੇਜ਼ੀ ਤਰਜਮਾ ਹੋਇਆ ਦ ਆਵਰ ਆਫ ਦ ਸਵੋਰਡ, ਪਰ ਅੰਗਰੇਜ਼ਾਂ ਨੇ ਉਸ ਦੇ ਤੇ ਪਾਬੰਦੀ ਲਗਾਤੀ, ਬੈਨ ਕਰਤਾ। ਪਰ ਸਹਿਜੇ ਸਹਿਜੇ ਗੁਰਦੁਆਰਿਆਂ ਦੇ ਵਿੱਚ ਪੰਥ ਪ੍ਰਕਾਸ਼ ਦੀ ਕਥਾ ਬੰਦ ਹੋ ਗਈ। ਗਿਆਨੀ ਸ਼ੇਰ ਸਿੰਘ ਜੀ ਨਿਹੰਗ ਮੰਜੀ ਸਾਹਿਬ ਵਾਲੇ ਕਰ ਰਹੇ ਹੈ, ਕਿਉਂਕਿ ਆਪ ਕੋਲ ਹੁਣ ਅਹੁਦਾ ਵੀ ਹੈ, ਸਮਰੱਥਾ ਵੀ ਹੈ। ਆਪ ਮਹਿਸੂਸ ਕਰਦੇ ਹੋ ਕਿ ਪੰਥ ਪ੍ਰਕਾਸ਼ ਦੀ ਕਥਾ ਦੀ ਉਹ ਮੁੜ ਪਰੰਪਰਾ ਸ਼ੁਰੂ ਹੋਣੀ ਚਾਹੀਦੀ ਹੈ, ਤੇ ਕੀ ਆਪ ਉਸ ਲਈ ਕੁਝ ਪ੍ਰਯਾਸ ਕਰੋਗੇ? ਹਾਂ, ਪਹਿਲੀ ਗੱਲ ਤੇ ਮੈਨੂੰ ਜੋ ਆਪ ਜੀ ਨੇ ਸ਼ਬਦ ਵਰਤਿਆ ਪੰਥ ਪ੍ਰਕਾਸ਼ ਜੀ, ਅਸੀਂ ਆਪਣੇ ਜਿਹੜਾ ਇਤਿਹਾਸ ਤੇ ਰੂਹਾਨੀਅਤ ਹੈ ਜੀ, ਉਹਨੂੰ ਚਾਰ ਸ਼ਬਦਾਂ 'ਚ ਮਿਲ ਸਕਦੇ। ਜੇ ਚਾਰ ਸ਼ਬਦ ਸਾਨੂੰ ਚੇਤੇ ਰਹਿਣ, ਉਹਨਾਂ ਚਾਰ ਸ਼ਬਦਾਂ ਵਿੱਚ ਸਾਡੀ ਹਿਸਟਰੀ ਤੇ ਸਪਿਰਿਚੁਅਲਿਟੀ ਆ ਜਾਂਦੀ ਜੀ। ਪਹਿਲਾ ਸ਼ਬਦ ਹੈ ਆਖੀ, ਦੂਸਰਾ ਸ਼ਬਦ ਹੈ ਸਾਖੀ ਜੀ, ਤੀਸਰਾ ਸ਼ਬਦ ਹੈ ਬਿਲਾਸ ਜੀ, ਔਰ ਚੌਥਾ ਸ਼ਬਦ ਹੈ ਪ੍ਰਕਾਸ਼ ਜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਦੇਖਿਆ ਉਹਨੂੰ ਆਖਿਆ ਜੀ। ਜਿਵੇਂ ਰਾਮ ਕਲੀ ਕੀ ਵਾਰ ਦੀ ਸ਼ਬਦ ਸੁਣਿਆ ਕਿ ਰਾਮ ਕਲੀ ਕੀ ਵਾਰ ਰਾਏ ਬਲਵੰਤ ਤਥਾ ਸੱਤੇ ਡੂਬ ਆਖੀ, ਹਾਂਜੀ ਹਾਂਜੀ, ਇਹ ਉਹਨਾਂ ਨੇ ਆਖੀ ਸ਼ਬਦ ਗੁਰੂ ਸਾਹਿਬ ਨੇ ਸਰਲੇਖ ਦਿੱਤਾ। ਇਹਦਾ ਮਤਲਬ ਉਹ ਪੰਜ ਗੁਰੂ ਸਾਹਿਬਾਨਾਂ ਦਾ ਲੜੀਵਾਰ 8 ਪੌੜੀਆਂ ਚ ਦੱਸ ਰਹੇ ਨੇ, ਪਰ ਉਹਨਾਂ ਉਹ ਕੁਝ ਆਖੀ ਜੋ ਆਖੀ ਦੇਖੀ ਜੀ। ਆਖੀ ਤੋਂ ਬਾਅਦ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਾਡੇ ਕੋਲ ਦੂਜਾ ਸਰੋਤ ਹੈ ਸਾਖੀ ਜੀ। ਪੁਰਾਤਨ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਮਿਹਰਬਾਨ ਜਾਂ ਸ਼ਹੀਦ ਭਾਈ ਮਨੀ ਸਿੰਘ ਵਾਲੀ ਜੀ। ਉਸ ਤੋਂ ਬਾਅਦ ਸਾਡੀ ਹਿਸਟਰੀ ਫਿਰ ਕਾਵਕ ਰੂਪ ਚੰਦੀ ਜੀ, ਛੰਦਾਬੰਦੀ ਚ ਉਹ ਫਿਰ ਆ ਜਾਂਦੇ ਨੇ ਬਿਲਾਸ ਜੀ, ਗੁਰ ਬਿਲਾਸ ਜੀ, ਅਸੀਂ ਪੜ੍ਹਦੇ ਹਾਂਜੀ। ਉਸ ਤੋਂ ਬਾਅਦ ਚੌਥਾ ਸਾਡੇ ਕੋਲ ਸ਼ਬਦ ਹੁੰਦਾ ਪ੍ਰਕਾਸ਼ ਜੀ, ਜਿਹਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਪ੍ਰਾਚੀਨ ਪੰਥ ਪ੍ਰਕਾਸ਼ ਕਿਹਾ ਜੀ, ਕਿਉਂਕਿ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਨਵੀਨ ਹੈ। ਹਾਂਜੀ, ਮੈਂ ਉਹ ਸਵਾਲ ਵਾਲਾ ਨੇ ਜੋ ਆਪ ਜੀ ਨੇ ਕੀਤਾ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਜਗ੍ਹਾ ਲਿਖਿਆ ਸੀ ਕਿ ਮੈਂ ਇਸ ਸਰਦਾਰ ਦੇ ਹੱਥ ਚੁੰਮ ਲਵਾਂ ਜਿਹਨੇ ਪੰਥ ਪ੍ਰਕਾਸ਼ ਲਿਖਿਆ ਜੀ। ਇਹ ਸਾਡੇ ਕੋਲ ਨਾ ਹੁੰਦਾ ਤੇ ਸ਼ਾਇਦ ਸਾਡੇ ਕੋਲ ਸਿੱਖਾਂ ਦਾ ਇਤਿਹਾਸ ਕਿਤੇ ਵੀ ਸਾਨੂੰ ਲੱਭਦਾ। ਬਿਲਕੁਲ ਬਿਲਕੁਲ। ਸਰਦਾਰ ਰਤਨ ਸਿੰਘ ਪੰਗੂ ਉਹ ਕੱਲਾ ਲਿਖਾਰੀ ਨੇ, ਉਹਦੀਆਂ ਰਗਾਂ ਵਿੱਚ ਸਰਦਾਰ ਮਹਿਤਾਬ ਸਿੰਘ ਤੇ ਸਰਦਾਰ ਸ਼ਾਮ ਸਿੰਘ ਦਾ ਖੂਨ ਹੈ। ਬਿਲਕੁਲ ਬਿਲਕੁਲ। ਉਹ ਦਾਦਕੇ ਤੇ ਨਾਨਕੇ ਪੱਖ ਤੋਂ ਹੀ ਗੁਰੂ ਕਿਰਪਾ ਨਾਲ ਨਵਾਜੇ ਹੋ ਘਰਾਂ ਵਿੱਚੋਂ ਜੀ। ਫਿਰ ਉਹਨੇ ਇੰਨਾ ਦਰਦ ਮਹਿਸੂਸ ਕੀਤਾ। ਮੌਲਵੀ ਬੂਟੇ ਸ਼ਾਹ ਲਿਖਣ ਲੱਗਾ, ਕਿਉਂਕਿ ਆਪ ਚੰਗੀ ਤਰ੍ਹਾਂ ਜਾਣਦੇ ਹੋ, ਅੰਗਰੇਜ਼ ਉਹਦੇ ਤੋਂ ਲੁਕਾਉਣਾ ਚਾਹੁੰਦੇ। ਰਤਨ ਸਿੰਘ ਭੰਗੂ ਮਿਲਦਾ ਜੀ, ਉਹ ਕੈਪਟਨ ਮਰੇ ਆਦਿਕ ਨੂੰ ਕਹਿੰਦਾ ਜੀ ਇਹ ਕਿਵੇਂ ਸਾਡਾ ਇਤਿਹਾਸ ਲਿਖ ਸਕੇਗਾ ਹਾਂਜੀ, ਕਿ ਜਿਹੜਾ ਸਾਡਾ ਵਿਰੋਧੀ ਹੈ। ਫਿਰ ਸਰਦਾਰ ਰਤਨ ਸਿੰਘ ਭੰਗੂ ਕਲਮ ਚੁੱਕਦਾ ਤੇ ਪੂਰਾ ਇਤਿਹਾਸ ਉਹ ਪਹਿਲਾਂ ਬਿਆਨ ਕਰਦਾ, ਜੋ ਕੁਝ ਦੱਸਦਾ ਹਾਂਜੀ, ਉਹਨੂੰ ਫਿਰ ਉਹ ਛੰਦਾਬੰਦੀ ਦਾ ਰੂਪ ਦੇ ਦਿੰਦੇ। ਬਿਲਕੁਲ ਬਿਲਕੁਲ। ਹਾਲਾਂਕਿ ਜੇ ਛੰਦਾਬੰਦੀ ਆਪਾਂ ਦੇਖੀਏ ਤੇ ਆਪਾਂ ਇੰਨੀ ਕਵਿਤਾ ਦੀ ਕਲਾਕਾਰੀ ਨਾ ਕਿਉਂਕਿ ਉਹ ਬੜੇ ਸਾਦੇ ਸ਼ਬਦ ਵਰਤੇ ਪਏ ਤੇ ਉਸ ਵਿੱਚ ਸਾਡੀ ਇੱਕ ਸਦੀ ਦਾ ਇਤਿਹਾਸ ਭਰਿਆ ਹੋਇਆ। ਉਸ ਇਤਿਹਾਸ ਦੀ ਕਥਾ ਕਰਨੀ ਅਤ ਲਾਜ਼ਮੀ ਹੈ, ਕਿਉਂਕਿ ਉਹਦੇ ਵਿੱਚੋਂ ਸਿੱਧੀ ਗੱਲ ਸਿੱਖਾਂ ਦਾ ਬਾਗੀਪੁਣਾ ਜੀ, ਸਿੱਖਾਂ ਤੇ ਵੈਰ ਤਸ਼ੱਦਦ ਉਹਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ। ਵੀ ਜਦੋਂ ਪੁੱਛਦੇ ਨੇ ਕਿ ਇਹ ਸਿੱਖ ਰਾਇਆ ਕਿਸ ਦੀ ਨੇ, ਇਹਨਾਂ ਨੂੰ ਰਾਜ ਕਿਸ ਨੇ ਦਿੱਤਾ ਜੀ, ਇਹਨਾਂ ਨੂੰ ਇਹ ਕਿਵੇਂ ਇਹਨਾਂ ਰਾਜ ਲਿਆ,
ਉਹ ਇੱਕੋ ਗੱਲ ਕਹਿੰਦਾ ਵੀ ਸਾਨੂੰ ਕਿਸੇ ਮੁਗਲ ਹਾਕਮ ਦੀ, ਕਿਸੇ ਰਾਜਪੂਤ ਰਾਜੇ ਦੀ ਚਿੱਠੀ ਲੈਣ ਦੀ ਲੋੜ ਨਹੀਂ, ਸਰਟੀਫਿਕੇਟ ਦੀ ਲੋੜ ਨਹੀਂ, ਕਿਉਂਕਿ ਸਾਡਾ ਗੁਰੂ ਬਚਨ ਕਰ ਗਿਆ ਜਿਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ। ਬਿਲਕੁਲ ਬਿਲकुल ਬਿਲकुल ਠੀਕ ਹੈ। ਹਾਂਜੀ ਦੇਖੋ ਮੈਂ ਕਿ ਕਈ ਵਾਰੀ ਆਰਾਮ ਨਾਲ ਅਸੀਂ ਲਿਖਤ ਵੱਲ ਜਾਂਦੇ ਹਾਂ, ਉਸ ਪੁਰਾਣੇ ਸਿੰਘ ਗੁਰੂ ਦੇ ਬਚਨਾਂ ਤੇ ਇੰਨਾ ਭਰੋਸਾ ਕਰੀ ਬੈਠੇ ਕਿਉਂਕਿ ਅਸੀਂ ਪਾਤਸ਼ਾਹ ਬਣਨਾ, ਸਾਨੂੰ ਕਿਸੇ ਬਾਦਸ਼ਾਹ ਦੀ ਲੋੜ ਨਹੀਂ, ਕਿਉਂਕਿ ਸਾਡਾ ਪਾਤਸ਼ਾਹ ਕਹਿ ਕੇ ਗਿਆ ਮੈਂ ਸਿੱਖਾਂ ਨੂੰ ਪਾਤਸ਼ਾਹ ਬਣਾਉਣਾ। ਬਿਲਕੁਲ ਬਿਲकुल ਠੀਕ। ਹਾਂਜੀ ਜੀ ਜੀ। ਉਹਦੇ ਵਿੱਚ ਸਾਡੇ ਸਿੱਖ ਜੀਵਨ ਦੀਆਂ ਝਲਕੀਆਂ ਬੜੀਆਂ ਝਲਕਦੀਆਂ ਦਿਸਦੀਆਂ। ਜੀ ਜੀ ਸਿੱਖ ਕਰਤਾਰ ਬੋਲ ਮੇਰੀ ਇੱਛਾ ਹੈ ਜਿਵੇਂ ਆਪ ਜੀ ਨੇ ਹੁਕਮ ਕੀਤਾ ਬੇਨਤੀ ਸਤਿਗੁਰੂ ਤਰਸ ਕਰਨ ਤੇ ਆਪਾਂ ਪੰਥ ਪ੍ਰਕਾਸ਼ ਦੀ ਕਥਾ ਜ਼ਰੂਰ ਕਰਾਂਗੇ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਾਂਗੇ। ਬਹੁਤ 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 ਆਪ ਦੀ ਮਿਹਰਬਾਨੀ, ਜੇਕਰ ਇਹ ਚੀਜ਼ ਹੋ ਸਕੇ ਇਹ ਬਹੁਤ ਵੱਡੀ ਦੇਣ ਹੋਏਗੀ, ਕਿਉਂਕਿ ਉਸਨੇ ਨਿਚੋੜ ਦੇ ਦਿੱਤਾ ਹੈ। ਪੰਥ ਪ੍ਰਕਾਸ਼ ਵਿੱਚ ਕਹਿੰਦਾ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ ਈਨ ਨਾ ਮੰਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੇ। ਇਹ ਜਿਹੜੇ ਸਿਧਾਂਤ ਉਹਨਾਂ ਨੇ ਦਿੱਤੇ ਹੈ ਉਹ ਸਦੀਵੀ ਹੈ। ਔਰ ਉਸ ਦੇ ਬਾਅਦ ਅੰਗਰੇਜ਼ਾਂ ਨੇ ਵੀ ਜਿਹੜੀ ਆਪਣੀ ਰਿਪੋਰਟ ਭੇਜੀ ਇਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਕੈਪਟਨ ਮਰੇ ਦੇ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਹਨ ਇਹਨਾਂ ਨੂੰ ਤੁਸੀਂ ਆਪਣੇ ਦੋਸਤ ਬਣਾ ਲਓ, ਮਿੱਤਰ ਬਣਾ ਲਓ, ਇਹ ਤੁਹਾਨੂੰ ਆਪਣੀ ਜਾਨ ਤੁਹਾਡੇ ਲਈ ਕੁਰਬਾਨ ਕਰ ਦੇਣਗੇ, ਪਰ ਜੇ ਤੁਸੀਂ ਇਹਨਾਂ ਨੂੰ ਰਈਅਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਇਹ ਬਾਗੀ ਹੋ ਜਾਣਗੇ ਜਾਂ ਫਿਰ ਹਾਕਮ ਹੋ ਜਾਣਗੇ। ਸੋ ਇਹ ਜਿਹੜਾ ਅਗਰ ਆਪ ਜੀ ਉਪਰਾਲਾ ਕਰੋ ਇਹ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਏਗੀ ਇਸ ਦੇ ਬਾਰੇ। ਤੇ ਭਾਈ ਸਾਹਿਬ ਜੀ ਅਖੀਰ ਵਿੱਚ ਇੱਥੋਂ ਦੀ ਜਿਹੜੇ ਇੱਕ ਸਵਾਲ ਜਿਹੜਾ ਬੜਾ ਸਮੇਂ ਜਿਵੇਂ ਸਰੀਰ ਨੂੰ ਕਈ ਬਿਮਾਰੀਆਂ ਚਿੰਬੜਦੀਆਂ, ਜਿਵੇਂ ਸਰੀਰ ਵੱਧਦਾ ਹੈ, ਇੱਕ ਬਿਮਾਰੀ ਜਿਹੜੀ ਲੱਗੀ ਹੈ, ਕਿਉਂਕਿ ਮੈਨੂੰ ਯਾਦ ਆਉਂਦਾ ਹੈ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਪੁੱਛਿਆ ਸੀ ਕਿ ਇੱਕ ਨਾਸਤਕ ਹੈ ਔਰ ਇੱਕ ਪਖੰਡੀ ਹੈ ਤੇ ਦੋਨਾਂ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਉਹ ਕਹਿੰਦੇ ਜਿਹੜਾ ਪਖੰਡੀ ਹੈ ਉਹ ਤਾਂ ਗੁਰੂ ਦਾ ਚੋਰ ਹੈ ਤੇ ਜਿਹੜਾ ਨਾਸਤਕ ਹੈ ਉਹ ਬਾਗੀ ਹੈ। ਉਹ ਕਹਿੰਦੇ ਸਨ ਕਿ ਜਿਹੜਾ ਚੋਰ ਹੈ ਉਹਦੀ ਸਜ਼ਾ 6 ਮਹੀਨੇ ਹੈ ਤੇ ਬਾਗੀ ਦੀ ਸਜ਼ਾ ਮੌਤ ਹੈ। ਤੇ ਸਵਾਲ ਇਹ ਹੈ ਕਿ ਇਹ ਜਿਹੜਾ ਨਾਸਤਕਪੁਣਾ ਕੌਮ ਦੇ ਵਿੱਚ ਘਰ ਕਰ ਰਿਹਾ ਹੈ, ਇਹ ਕਹਿ ਦੇਣਾ ਗੁਰੂ ਨਾਨਕ ਵਾਸ ਲਿਟਲ ਮੋਰ ਇੰਟੈਲੀਜੈਂਟ ਦੈਨ ਅਸ, ਜਾਂ ਉਹਨਾਂ ਨੂੰ ਇੱਕ ਆਮ ਧਰਾਤਲ ਦੇ ਉੱਤੇ ਸੋਚਣਾ, ਤੇ ਕੀ ਇਹ ਜਿਹੜਾ ਨਾਸਤਕਵਾਦ ਹੈ ਇਹਦੀ ਕਿੰਨੀ ਕੁ ਹੋਰ ਕਿੰਨਾ ਕੁ ਸੰਤਾਪ ਹੈ ਜਾਂ ਭਵਿੱਖ ਤੁਸੀਂ ਕੀ ਸਮਝਦੇ ਹੋ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇਸ ਵਾਰ ਬੇਨਤੀ ਕਰਨੀ ਚਾਹਾਂਗਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ਼ਬਦ ਹੈ ਜੀ, ਉਹਨੂੰ ਅਸੀਂ ਫਰਸ਼ਾਂ ਦੇ ਬਚਨਾਂ ਨੂੰ ਤੇ ਸਤਿਗੁਰੂ ਨੇ ਅਰਥ ਕਰਕੇ ਫਰਸ਼ਾਂ ਤੇ ਸਾਡੇ ਵਰਗੇ ਭਲਿਆਂ ਨੇ ਉਚਾਰਨ ਕੀਤਾ, ਪਰ ਉਹਨੂੰ ਅਕਾਦਮਿਕ ਪੱਧਰ ਤੇ ਉਹਨੂੰ ਆਮ ਦੁਨੀਆਦਾਰਾਂ ਦੀ ਪੜ੍ਹਾਈ ਵਜੋਂ ਮਤ ਲਈ। ਕਿਉਂਕਿ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣਾ ਹੁੰਦਾ ਜੀ, ਖੂਹ ਦਾ ਵੀ ਪਾਣੀ ਤੇ ਟੈਂਕੀ ਦਾ ਵੀ ਪਾਣੀ, ਪਾਣੀ ਦੋਨੋਂ ਨੇ ਜੀ। ਟੈਂਕੀ ਦਾ ਪਾਣੀ ਹਮੇਸ਼ਾ ਜ਼ੋਰ ਨਾਲ ਉੱਤੇ ਚੜ੍ਹਦਾ ਹੈ ਤੇ ਟੈਂਕੀ ਨੂੰ ਡਾਰੇ ਕਿ ਮੇਰਾ ਪਾਣੀ ਇੱਕ ਬੂੰਦ ਵੀ ਨਿਕਲ ਗਿਆ, ਬੂੰਦ ਬੂੰਦ ਕਰਕੇ ਮੈਂ ਖਾਲੀ ਹੋ ਜਾਣਾ। ਖੂਹ ਧਰਤੀ ਤੋਂ ਥੱਲੇ ਹੁੰਦਾ ਤੇ ਉਹ ਕਹਿੰਦਾ ਜਿੰਨਾ ਪਾਣੀ ਤੂੰ ਕੱਢ ਕੇ ਲਿਜਾਏਗਾ ਉਹਨਾਂ ਪੈਦਾ ਨਾ ਹੋਰ ਕਰ ਦਿਆ। ਸਾਡੇ 'ਚ ਕੀ ਹੋ ਗਿਆ, ਅਸੀਂ ਕੁਝ ਅੱਖਰਾਂ ਨੂੰ ਲੈ ਕੇ ਲੋਕਾਂ ਨੂੰ ਇਮੋਸ਼ਨਲ ਕਰਕੇ ਵੀ ਫਲਾਣਾ ਵੀ ਵੇਚ ਗਿਆ, ਫਲਾਣਾ ਵੀ ਗਦਾਰ ਹੋ ਗਿਆ। ਬਾਹਰ ਬੈਠੇ ਲੋਕ ਜਿਹੜੇ ਸੱਜਣ ਨੇ ਉਹਨਾਂ ਨੇ ਨੇੜੇ ਹੋ ਕੇ ਕਿਸੇ ਨੂੰ ਦੇਖਿਆ ਨਹੀਂ ਹੁੰਦਾ। ਉਹ ਕੀ ਕਰਦੇ ਨੇ, 4-5 ਗੱਲਾਂ ਸਿਆਸਤ ਦੀਆਂ ਕੀਤੀਆਂ, 5-7 ਗੱਲਾਂ ਕਿਸੇ ਦੀ ਨਿੰਦਿਆ ਕੀਤੀ, ਜਾਣ ਲੱਗਿਆ ਆਪਣੀ ਗੱਲ ਉਹ ਕਰ ਜਾਂਦੇ ਨੇ ਵੀ ਨਿਤਨੇ ਵੀ ਸਾਡਾ ਨਹੀਂ, ਇਸ਼ਨਾਨ ਦਾ ਕੋਈ ਮਹੱਤਵ ਨਹੀਂ, ਅੰਮ੍ਰਿਤ ਵੇਲੇ ਦੀ ਗੱਲ ਹੀ ਕੋਈ ਨਹੀਂ, ਸਿਮਰਨ ਤੇ ਮਕੈਨੀਕਲ ਰੈਪੀਟੇਸ਼ਨ ਹੈ, ਸ਼ਬਦ ਨੂੰ ਵਾਰ-ਵਾਰ ਜਪਣਾ ਇਹ ਵੀ ਹਿੰਦੂਇਜ਼ਮ ਹੈ। ਕਿਉਂਕਿ ਅਸੀਂ ਕੀ ਕਰ ਰਹੇ ਹਾਂ ਅੱਜ ਕੱਲ੍ਹ ਜੋ ਚੱਲ ਰਹੀ ਹੈ ਮੇਰੀ, ਉਹ ਮੇਰਾ ਖਿਆਲ ਹੈ ਵੀ ਇੱਕ ਬੰਦਾ ਸਿਮਰਨ ਨਾ ਕਰੇ ਪਰ ਇਹ ਭਰੋਸਾ ਕਰੇ ਵੀ ਸਿਮਰਨ ਹੁੰਦਾ ਹੈ। ਗੱਲ ਧਿਆਨ ਨਾਲ ਸੁਣੋ, ਸਿਮਰਨ ਨਾ ਕਰੇ ਪਰ ਇਸ ਭਰੋਸੇ ਨੂੰ ਮੰਨੇ ਵੀ ਸਿਮਰਨ ਹੈ ਜੀ। ਉਸ ਵਿਦਵਾਨ ਨੂੰ ਬਹੁਤ ਚੰਗਾ ਜਿਹੜਾ ਤੁਖਾਂ ਲੈ ਲੈ ਕੇ ਗੁਰਬਾਣੀ ਦੀਆਂ ਤੇ ਖੰਡਨ ਕਰਨ ਜਾ ਰਿਹਾ ਜੀ 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 ਜੀ। ਸਾਡੇ ਕੋਲ ਟੈਂਕੀ ਦਾ ਪਾਣੀ ਉਹਦੀ ਵੀ ਸੀਮਾ ਹੈ। ਟੈਂਕੀ ਦਾ ਖਲੋਤਾ ਹੋਇਆ ਪਾਣੀ ਬਦਬੂ ਮਾਰਨ ਲੱਗ ਪੈਂਦਾ ਹੈ। ਖੂਹ ਨਿਰੰਤਰ ਜਿਹੜਾ ਚੱਲਦਾ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸਪਿਰਿਚੁਅਲਿਟੀ ਹੈ ਉਹ ਖੂਹ ਦੇ ਪਾਣੀ ਦੀ ਤਰ੍ਹਾਂ ਹੈ।
ਜਿੰਨੀ ਕੱਢਾਂਗੇ ਉਨੀ ਇਹਦੇ ਵਿੱਚੋਂ ਤਾਜ਼ਗੀ ਮਿਲੇਗੀ। ਜੀ 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 ਕਿ ਮੈਂ ਬਾਹਰ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਾਹਿਬਾਨ ਦੀ ਬਾਣੀ ਜੋ ਆਪਾਂ ਪਿੱਛੇ ਕਹਿ ਕੇ ਆਏ ਹਾਂ, ਜੀ ਭਰੋਸੇ ਦੀ ਜ਼ਿੰਦਗੀ ਜੀਓ, ਕਿਉਂਕਿ ਸਾਡੀ ਅਰਦਾਸ ਵਿੱਚ 2 ਸ਼ਬਦ ਪੱਕੇ ਵਿੱਚ ਇਸ ਕਰਕੇ ਲਾਏ ਗਏ ਸਨ ਵੀ ਸਿੱਖਾਂ ਦਾ ਭਰੋਸਾ ਨਾ ਡੋਲ ਜਾਏ, ਕਿਉਂਕਿ ਭਰੋਸਾ ਸਿੱਖੀ ਦਾ ਇੱਕ ਗੁਣ ਹੈ। ਵਿਸਾਦਾਨ ਭਰੋਸਾ ਦਾ ਬਿਲਕੁਲ ਬਿਲਕੁਲ ਇਹ 2 ਸ਼ਬਦ ਕਿਉਂ ਵਰਤੇ? ਇੱਕੋ ਸ਼ਬਦ ਕਹਿ ਦਿੰਦੇ ਵਿਸਾਦਾਨ। ਜੀ ਜੀ ਜਿਹੜਾ ਉਹਨਾਂ ਨੇ ਇੰਨੀ ਬਰੀਕੀ ਨਾਲ ਲਿਆ ਵੀ ਜੇ ਭਰੋਸਾ ਡੋਲ ਗਿਆ ਤੇ ਚੀਜ਼ ਵੀ ਕੁਝ ਨਹੀਂ ਕਰਨਗੇ, ਤੇ ਭਰੋਸਾ ਡੋਲ ਗਿਆ ਤੇ ਰਹਿਤ ਵੀ ਨਹੀਂ ਬਣੇਗੀ। ਬਿਲਕੁਲ 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 ਦੇਖੋ ਇਹ ਸ਼ਬਦ ਚੁਣਿਆ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਇਹ 3-4 ਗੁਣ ਕਹਿਣ ਤੋਂ ਬਾਅਦ ਰਹੇ ਤੇ ਉਹ 2 ਸ਼ਬਦ ਸਾਨੂੰ ਅਗਲੇ ਦਿੱਤੇ। ਵਿਸਾਦਾਨ ਭਰੋਸਾ ਦਾਨ, ਹਾਲਾਂਕਿ ਵਿਸਾਦਾਨ ਤੇ ਭਰੋਸਾ ਦਾਨ ਬਾਹਰ ਦੇ ਕੋਈ ਸਿੱਖੀ ਦੇ ਚਿੰਨ੍ਹ ਨੇ। ਜੀ 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 ਸਾਡੇ ਅੰਦਰ ਦੀ ਅਵਸਥਾ ਹੈ, ਸਾਨੂੰ ਉਹ ਭਾਵਨਾ ਬਣਾਉਣੀ ਪਏਗੀ ਕਿ ਜੇ ਬਾਬਾ ਕਹਿੰਦਾ ਹੈ ਲੈਣਿਆ ਫਿਕਰ ਨੂੰ ਹਲਾ ਮਠਿਆਈ ਡਿੱਗੇਗੀ, ਬਿਲਕੁਲ ਤਦ ਕਹਿੰਦਾ ਕੰਡੇ ਲੱਗਣਗੇ। ਸ਼ਰਧਾ ਕਹਿੰਦੀ ਹੈ ਗੁਰੂ ਨਜ਼ਰ ਭਰ ਕੇ ਦੇਖੇ ਤੇ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਜੀ ਬਿਲਕੁਲ ਬਿਲकुल ਭਾਈ ਸਾਹਿਬ ਜੀ ਜਿਹੜੀ ਜੀ ਪੂਰੀ ਭਾਵਨਾ ਬਣਾ ਜੀ ਜਿਵੇਂ ਆਪਨੇ ਕਿਹਾ ਕਿ ਅਰਸ਼ ਦੀ ਗੱਲ ਹੈ, ਉਹ ਅਰਸ਼ੀ ਪ੍ਰੀਤਮ ਹੈ, ਉਹ ਚੋਜੀ ਪ੍ਰੀਤਮ ਹੈ। ਉਸਨੇ ਅਰਸ਼ ਦੀਆਂ ਗੱਲਾਂ ਸਾਨੂੰ ਫਰਸ਼ ਦੇ ਬੰਦਿਆਂ ਨੂੰ ਦਿੱਤੀਆਂ। ਪਰ ਜਿਵੇਂ ਅਕਬਰ ਅਲ ਆਬਾਦੀ ਨੇ ਇੱਕ ਬਹੁਤ ਸੋਹਣੀ ਗੱਲ ਕਹੀ ਸੀ, ਕਹਿੰਦਾ ਹੈ ਕਿ ਇਹ ਜਿਹੜਾ ਬੰਦਾ ਹੈ ਇਹ ਅਰਸ਼ ਦੀ ਗੱਲ ਦਾ ਕਿਸ ਤਰ੍ਹਾਂ ਕਾਇਲ ਹੋ ਸਕਦਾ ਹੈ। क्यों कर अर्श के कायल हो ये अजीज, ये जोग्राफिया में अर्श को ढूंढ रहे हैं। ये तो एटलस दे विच अर्श लभदे पे है, वो इन्हां नूं लभना नहीं ते कहंदे अर्श हुंदा ही नहींगा, ये सचखंड हुंदा ही नहींगा। ते बाकी जिहड़ी मैनूं याद आंदी है ज्ञानी दया सिंह दिलबर नूं जिहड़ा किसी ने कहा सी, ज्ञानी जी नितनेम का की फायदा, अमृत छकण का की फायदा, गुरुद्वारे जाण का की फायदा, सिमरन का की फायदा, सवेरे उठण का की फायदा, वो कहते तेरे जम्मण का की फायदा। सो जी 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 आपने एक बड़ा सोहना शब्द लिखा थी ते मैं इस करके भी आप जी मैंने प्यार कर रहे हो, मैं सारी संगतों ने बेनती कर रहा जो आप जी लिखा थी, एक खत भाई थारू सिंह दे मानसा का नाम। जी 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 वो शर्तक बंदा भी वो पुस्तक पढ़ेगा जी जी जिक्र किया सरदार कपूर सिंह जी का। जी भाई साहब जी सानू गुस्ताखी माफ, सानू समा इजाजत नहीं दे रहा ते फिर असी मुड़ हाजिर होवांगे। आस है दोबारा आप जी दे दर्शन होणगे ते बहुत बहुत धन्यवाद दर्शकों नू साडी